ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਨਵਤੇਜ ਰੰਧਾਵਾ ਤੁਹਾਡੇ ਲਈ ਸਪੈਸ਼ਲ ਟਰਾਂਸਮਿਸ਼ਨ ਅੱਜ ਲੈ ਕੇ ਹਾਜ਼ਰ ਹਾਂ। ਵੀ ਆਰ ਲਾਈਵ ਔਨ ਫੇਸਬੁੱਕ ਦੇ ਲਈ ਅਸੀਂ ਇਹ ਜਿਹੜੀ ਤੁਹਾਡੇ ਲਈ ਸਪੈਸ਼ਲ ਫੀਚਰ ਰੇਡੀਓ ਸਪਾਈਸ ਪੰਜਾਬ ਤੋਂ ਆਤੇਰੋਆ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨ ਜਾ ਰਿਹਾ, ਜਿੱਥੇ ਆਪਾਂ ਜਾਣਦੇ ਹਾਂ ਕਿ ਪੇਰੈਂਟਿੰਗ ਪਲੇਜ਼ ਅ ਬਿਗ ਰੋਲ ਇਨ shaping somebody's ideology, ਉਹਨਾਂ ਦੀਆਂ ਵੈਲਿਊਜ਼। ਬੱਚੇ ਦੀ ਪਰਵਰਿਸ਼ ਜਿਹੜੀ ਆ ਬਹੁਤ ਵੱਡਾ ਰੋਲ ਅਦਾ ਕਰਦੀ ਆ ਪੇਰੈਂਟ ਦੀ ਰਿਸਪੌਂਸਿਬਿਲਿਟੀ ਦੇ ਪੱਖੋਂ। ਸਾਡੀ ਕਮਿਊਨਿਟੀ ਦੇ ਵਿੱਚ ਇਹ ਚੈਲੰਜਸ ਬਹੁਤ ਵਾਰ ਆਉਂਦੇ, ਆਪਾਂ ਸਾਰੇ ਜਾਣਦੇ ਹਾਂ ਕਿ ਲਾਈਫ ਦੇ ਵਿੱਚ ਜਿੱਥੇ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਟਰਾਂਜ਼ੀਸ਼ਨ ਕੀਤੀ ਆ, ਪਿੰਡਾਂ ਤੋਂ ਉੱਠ ਕੇ ਅਸੀਂ ਸਿੱਧੇ ਸ਼ਹਿਰਾਂ ਦੇ ਵਿੱਚ ਜਿੱਥੇ ਆਏ ਹਾਂ, ਉਸ ਦੇ ਵਿੱਚ ਜਿਹੜੀ ਸਾਡੀ ਇਹ ਬਿਗ ਲੀਪ ਆ ਉਸਨੇ ਬੜੇ ਚੈਲੰਜਸ ਖੜੇ ਕਰ ਦਿੱਤੇ ਆ, ਜਿੱਥੇ ਕਿ ਕਮਿਊਨੀਕੇਸ਼ਨ ਗੈਪ ਇੱਕ ਬਹੁਤ ਵੱਡਾ ਸਾਡੇ ਲਈ ਜਿਹੜਾ ਬਖੇੜਾ ਖੜਾ ਕਰ ਦਿੰਦਾ। ਤੇ ਇਸ ਸਾਰੇ ਨੂੰ ਲੈ ਕੇ ਇਹਨਾਂ ਮੁਲਕਾਂ ਦੀਆਂ ਟੈਕਨੀਕਸ ਜਿਹੜੀਆਂ ਉਹਨਾਂ ਨੂੰ ਜਾਣ ਕੇ ਇੱਕ ਵਧੀਆ ਪੇਰੈਂਟ ਬਣਨ ਦਾ ਜਿਹੜਾ ਮੌਕਾ ਜ਼ਰੂਰ ਅਸੀਂ ਸੋਚਦੇ ਹਾਂ ਕਮਿਊਨਿਟੀ ਦੇ ਤੌਰ ਦੇ ਉੱਤੇ ਆਪਾਂ ਸਾਰਿਆਂ ਨੂੰ ਮਿਲਣਾ ਚਾਹੀਦਾ। ਰੇਡੀਓ ਸਪਾਈਸ ਸਦਾ ਇਸ ਦੇ ਵਿੱਚ ਜਿਹੜਾ ਸਹਾਇਕ ਹੁੰਦਾ। ਅਸੀਂ ਕੈਨੇਡਾ ਤੋਂ ਕਹਿ ਸਕਦੇ ਸਮੁੰਦਰੋਂ ਪਾਰ ਪਲਵਿੰਦਰ ਕੌਰ ਗਿੱਲ ਜਿਹੜੇ ਆ ਸਾਡੇ ਨਾਲ, ਹੂ ਇਜ਼ ਅ ਰਜਿਸਟਰਡ ਕਲੀਨਿਕਲ ਕਾਉਂਸਲਰ, ਤੇ ਮੈਂ ਕਹਿ ਸਕਦਾ ਅਥੋਰੀਟੇਟਿਵਲੀ ਇਨ ਕੈਨੇਡਾ ਲੋਕਲੀ ਸ਼ੀ ਇਜ਼ ਵਨ ਆਫ ਦ ਮੋਸਟ ਅਕੰਪਲਿਸ਼ਡ ਜਿਹੜੇ ਕਮਿਊਨਿਟੀ ਦੇ ਵਿੱਚ ਜੋ ਕਿ ਕੰਟਰੀਬਿਊਟ ਕਰਦੇ ਆ ਸੇਵਾਵਾਂ, ਜਿੱਥੇ ਕਿ ਪੰਜਾਬੀ ਜ਼ਬਾਨ ਦੇ ਵਿੱਚ ਉਹਨਾਂ ਨੇ ਵੱਖ-ਵੱਖ ਰੇਡੀਓ ਸਟੇਸ਼ਨਸ ਵੱਖ-ਵੱਖ ਅਦਾਰਿਆਂ ਦੇ ਨਾਲ ਕੰਮ ਕਰਦਿਆਂ ਕਮਿਊਨਿਟੀ ਦੇ ਵਿੱਚ ਬਹੁਤ ਚਾਨਣਾ ਪਾਇਆ, ਕਿਉਂਕਿ ਇਹ ਇੱਕ ਸਬਜੈਕਟ ਜਿਹੜਾ ਅਸੀਂ ਬਹੁਤ ਵਾਰ ਅੰਡਰ ਦਾ ਕਾਰਪਟ ਪੁਸ਼ ਕਰ ਦਿੰਦੇ ਹਾਂ, ਜਿੱਥੇ ਕਿ ਸਾਡੀਆਂ ਪੇਰੈਂਟਸ ਦੀਆਂ ਉਣਤਾਈਆਂ ਨੂੰ ਅਸੀਂ ਆਪਣੇ ਘਰ ਦੇ ਵਿਹੜੇ ਤੋਂ ਬਾਹਰ ਨਹੀਂ ਲੈ ਕੇ ਜਾਣਾ ਚਾਹੁੰਦੇ ਹੁੰਦੇ, ਲੇਕਿਨ ਹੁੰਦੀਆਂ ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦੀਆਂ। ਸੋ ਪਲਵਿੰਦਰ, ਸਭ ਤੋਂ ਪਹਿਲਾਂ ਥੈਂਕ ਯੂ ਫॉर ਟੇਕਿੰਗ ਟਾਈਮ। ਵੈਲਕਮ ਟੂ ਰੇਡੀਓ ਸਪਾਈਸ ਲਾਈਵ ਟਰਾਂਸਮਿਸ਼ਨ। ਤੇ ਕੈਨੇਡਾ ਵੈਨਕੂਵਰ BC ਤੋਂ ਤੁਹਾਨੂੰ ਲਾਈਵ ਅਸੀਂ ਦੇਖ ਰਹੇ ਹਾਂ। ਰੇਡੀਓ ਸਪਾਈਸ ਨਿਊਜ਼ੀਲੈਂਡ ਇੱਥੇ ਆਕਲੈਂਡ ਤੋਂ ਜੀ ਆਇਆਂ ਨੂੰ। Thank you, Navtej. Thank you for having me. मैं बहुत excited for this show because I mean ਜਦੋਂ mental health ਮੈਂ start ਹੀ ਕੀਤਾ ਸੀਗਾ ਤੇ ਮੈਂ ਕਾਫੀ ਰੇਡੀਓ ਸ਼ੋਜ਼ ਤੇ ਜਾਂ ਮੈਂ ਉਹਨਾਂ TV ਹੋਸਟ ਵਗੈਰਾ ਕੋਲ ਜਾਂਦੀ ਸੀ ਤੇ ਮੈਂ ਕਹਿੰਦੀ ਸੀ ਕਿ ਆਪਾਂ ਨੂੰ mental health show ਕਰਨੇ ਚਾਹੀਦੇ ਜਾਂ parenting ਦਾ ਜਿਹੜਾ ਜਿਹੜਾ ਮੈਂਟਲ ਹੈਲਥ ਰੋਲ ਆ ਪੈਰੈਂਟਿੰਗ ਦੇ ਵਿੱਚ ਰੋਲ ਪਲੇ ਕਰਦੇ ਹੋ ਕਰਨਾ। ਐਂਡ ਬਹੁਤ ਲੋਕੀ ਹੈਜ਼ਿਟੇਟ ਹੋ ਜਾਂਦੇ ਸੀਗੇ ਕਿ ਨਹੀਂ ਇਹ ਮੈਂਟਲ ਹੈਲਥ ਸ਼ੋ ਆ, ਪੈਰੈਂਟਿੰਗ ਦਾ ਇੰਨਾ ਲੋਕਾਂ ਨੇ ਕਰਨਾ ਨਹੀਂ ਪਰ ਅੱਜ ਬਹੁਤ ਮੈਨੂੰ ਖੁਸ਼ੀ ਆ ਕਿ ਜਿਹੜਾ ਕੰਮ ਮੈਂ ਸਿਰਫ ਅਜੇ ਇੱਥੇ ਕੈਨੇਡਾ ਦੇ ਵਿੱਚ ਹੀ ਕਰਦੀ ਹਾਂ ਤੇ ਪਰ ਤੁਹਾਡੇ ਤੱਕ ਵੀ ਪਹੁੰਚਿਆ ਐਂਡ ਤੁਸੀਂ ਉਹਦੇ ਥਰੂ ਅਸੀਂ ਮਿਲੇ। ਸੋ ਥੈਂਕ ਯੂ ਸੋ ਮਚ ਐਂਡ ਆਈ ਐਮ ਐਕਸਾਈਟਡ ਟੂ ਬੀ ਇਨ ਯੋਰ ਸ਼ੋ। ਥੈਂਕ ਯੂ ਪਲਵਿੰਦਰ। ਐਂਡ ਨੈਚੁਰਲੀ ਜਿਵੇਂ ਤੁਸੀਂ ਕਿਹਾ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਗਏ ਆ ਤਕਰੀਬਨ ਸੇਮ ਸਕਿੱਲ ਸੈੱਟ ਹੀ ਆਪਾਂ ਲੈ ਕੇ ਉੱਠ ਕੇ ਪਹੁੰਚੇ ਹਾਂ। ਤੇ ਜਿਹੜੀਆਂ ਤੁਹਾਡੇ ਕੈਨੇਡਾ ਦੇ ਵਿੱਚ ਫਸਟ ਜਨਰੇਸ਼ਨ ਦੀਆਂ ਦੂਸਰੀ ਜਨਰੇਸ਼ਨ ਦੀਆਂ ਚੈਲੰਜਸ ਦਰਪੇਸ਼ ਆਉਂਦੀਆਂ ਉਹ ਨੈਚੁਰਲੀ ਸਾਡੇ ਵੀ ਇੱਥੇ ਗਰੋਇੰਗ ਕਮਿਊਨਿਟੀ ਦੇ ਵਿੱਚ ਆ ਰਹੀਆਂ। ਸੋ ਇਸ ਸਾਰੇ ਨੂੰ ਲੈਂਦਿਆਂ ਆਪਾਂ ਜੁਆਇੰਟ ਫੈਮਲੀਜ਼ ਦੇ ਵਿੱਚ ਬਹੁਤਾਤ ਪਰਿਵਾਰਾਂ ਦੀ ਵਿਚਰਦੀ ਆ, ਨਿਊਕਲੀਅਸ ਫੈਮਲੀਜ਼ ਜਿਹੜੀਆਂ ਆ ਸਲੋਲੀ ਸੈਕੰਡ ਜਨਰੇਸ਼ਨ ਵੱਲ ਵਧਦੇ ਆਪਾਂ ਦੇਖਦੇ ਹਾਂ। ਲੇਕਿਨ ਪਹਿਲੀ ਜਨਰੇਸ਼ਨ ਜਿਹੜੀ ਜਦੋਂ ਇੰਡੀਆ ਤੋਂ ਆਉਂਦੀ ਆ ਤੇ ਉਹ ਸਾਡੇ ਪਿੰਡਾਂ ਦੀ ਜਿਹੜੀ ਪਰਵਰਿਸ਼ ਹੁੰਦੀ ਆ ਨੈਚੁਰਲੀ ਉਹਨਾਂ ਦੀ ਬਣਤਰ ਉਸ ਮੁਤਾਬਕ ਫਿਰ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਬਹੁਤ ਵਾਰ ਆਪਣੇ ਬੱਚਿਆਂ ਨੂੰ ਗਾਂਹ ਤੋਰਦੇ ਆ। ਸੋ ਮੈਂ ਡੈਫੀਨੇਸ਼ਨ ਦੇ ਪੱਖੋਂ ਪੁੱਛਣਾ ਚਾਹੂੰਗਾ ਤੁਹਾਡੇ ਤੋਂ, ਪੇਰੈਂਟਿੰਗ ਜੇ ਆਪਾਂ ਇਹਨਾਂ ਵੈਸਟਰਨ ਕੰਟਰੀਜ਼ ਦੇ ਕੌਂਟੈਕਸਟ ਨੂੰ ਲੈ ਕੇ ਚਲੀਏ, ਪੇਰੈਂਟਿੰਗ ਕਹਿੰਦੇ ਕਿਹਨੂੰ ਆ? ਇਟਸ ਬਹੁਤ ਜੇ ਆਪਾਂ ਨੈਰੋ ਵੀ ਇਹਦੀ ਡੈਫੀਨੇਸ਼ਨ ਕਰ ਸਕਦੇ ਪਰ ਇਹਦੀ ਆਪਾਂ ਬ੍ਰੌਡ ਵੀ ਕਾਫੀ ਕਰ ਸਕਦੇ ਹਾਂ। ਜੀ ਹਾਂ, ਜਿਵੇਂ ਤੁਸੀਂ ਕਿਹਾ ਕਿ ਪੈਰੈਂਟਿੰਗ, ਸੋ ਆਈ ਥਿੰਕ ਜਿਹੜੇ ਵੀ ਜਿਸ ਕਲਚਰ ਚੋਂ ਜਿਸ ਕੰਟਰੀ ਦੇ ਵਿੱਚੋਂ ਅਸੀਂ ਆਉਣੇ ਆ ਨਾ, ਅਸੀਂ ਆਪਦੀ ਜ਼ਿੰਮੇਵਾਰੀ ਸਮਝਦੇ ਹਾਂ ਕਿ ਅਸੀਂ ਸਰੀਰਕ ਤੌਰ ਤੇ ਫਿਜ਼ੀਕਲ ਤੌਰ ਤੇ ਇੱਕ ਬੱਚੇ ਨੂੰ ਵੱਡਾ ਕਰਨਾ ਵਾ। ਇਹੀ ਸਾਨੂੰ ਸਿਖਾਇਆ ਜਾਂਦਾ ਵਾ। ਵੱਡੇ ਛੋਟੇ ਹੁੰਦੇ ਮੇਰੇ ਆਪਾਂ ਨੂੰ ਸਾਰਿਆਂ ਨੂੰ ਯਾਦ ਆ ਕਿ ਸਾਡੇ ਮਦਰ ਦੁੱਧ ਪਿਆਉਂਦੇ ਹੁੰਦੇ ਸੀ, ਉਹਨਾਂ ਨੂੰ ਐ ਸੀਗਾ ਕਿ ਇਹਨਾਂ ਦੀ ਫਿਜ਼ੀਕਲ ਹੈਲਥ ਤੋਂ ਇਹ ਪ੍ਰੋਬਲਮ ਨਾ ਹੋ ਜਾਣ, ਬਦਾਮ ਖਵਾਉਂਦੇ ਹੁੰਦੇ ਸੀ ਬਹੁਤ ਸੋ ਹੁਣ ਤੱਕ ਜਿਹੜੀ ਪੈਰੈਂਟਿੰਗ ਅਸੀਂ ਦੇਖੀ ਆ ਉਹਦਾ ਮਕਸਦ ਇਹ ਰਿਹਾ ਕਿ ਅਸੀਂ ਇੱਕ ਸਰੀਰਕ ਤੌਰ ਤੇ ਇੱਕ ਹੈਲਥੀ ਹਿਊਮਨ ਬੀਇੰਗ ਨੂੰ ਪਰਵਰਿਸ਼ ਕਰਨੀ ਆ ਕਿ ਉਹ
ਹੈਲਥੀ ਰਵੇ, ਉਸ ਸਰੀਰਕ ਵਾਸਤੇ। ਐਂਡ ਹੋਇਆ ਕੀ ਹੈ ਕਿ ਐਂਡ ਇਹ ਨਹੀਂ ਹੈ ਕਿ ਅਸੀਂ ਬਹੁਤ ਮੈਂ ਹਮੇਸ਼ਾ ਜਦੋਂ ਵੀ ਕੋਈ ਮੈਂ ਸ਼ੋਅ ਕਰਦੀ ਹਾਂ, ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਹਰ ਪੇਰੈਂਟ ਜਿੰਨੇ ਕੁ ਉਹਨਾਂ ਕੋਲ ਰਿਸੋਰਸਿਸ ਹੁੰਦੇ ਉਹਦੇ ਹਿਸਾਬ ਨਾਲ ਉਹ ਬੈਸਟ ਕਰਦੇ ਨੇ। ਇਹ ਜਿਹੜੇ ਸ਼ੋਜ਼ ਹੈ, ਕਿਸੇ ਨੂੰ ਆਪਦੇ ਆਪ ਨੂੰ ਅਟੈਕ ਨਾ ਇਸ ਚੀਜ਼ ਨੂੰ ਸਮਝੋ, ਪਰ ਇਸ ਨੂੰ ਇੱਕ ਐਜੂਕੇਸ਼ਨ ਸਮਝੋ। ਬਿਕਾਜ਼ ਜੇ ਐਜੂਕੇਸ਼ਨ ਲੈ ਕੇ ਜਾਓਗੇ ਤਾਂ ਤੁਸੀਂ ਇਹ ਇਨਫੋਰਮੇਸ਼ਨ ਤੁਹਾਡੀ ਲਾਈਫ ਬਦਲ ਦੂਗੀ, ਪਰ ਜੇ ਤੁਸੀਂ ਉਹਨੂੰ ਅਟੈਕ ਲੈ ਕੇ ਜਾਓਗੇ ਤਾਂ ਇਹ ਤੁਹਾਡੀ ਲਾਈਫ ਹੋਰ ਵੀ ਤੁਸੀਂ ਆਪਦੇ ਆਪ ਨੂੰ ਬਲੇਮ, ਗਿਲਟ ਦੇ ਵਿੱਚ ਜਾ ਸਕਦੇ ਹੋ। ਸੋ ਹੁਣ ਤੱਕ ਜਿਹੜੀ ਪੈਰੈਂਟਿੰਗ ਸਾਡੇ ਮਾਪੇ ਕਰਦੇ ਆ, ਜਿਹੜੀ ਉਹਨਾਂ ਦੀ ਪੈਰੈਂਟਿੰਗ ਹੋਈ ਹੈ ਸਾਡੇ ਪੇਰੈਂਟ ਦੀ, ਉਹ ਇੱਕ ਸਰੀਰਕ ਤੌਰ ਤੇ ਬੀਂਦੀ ਹੋਈ ਹੈ ਕਿ ਫਿਜ਼ੀਕਲੀ ਬੱਚੇ ਨੂੰ ਕਿਵੇਂ ਠੀਕ ਰੱਖਣਾ ਵਾ। ਇਸੇ ਤੌਰ ਤੇ ਤੁਸੀਂ ਦੇਖੋ ਕਿ ਜਦੋਂ ਸਾਡੇ ਸੱਟ ਲੱਗ ਜਾਂਦੀ ਸੀ, ਸਾਡੇ ਪੇਰੈਂਟ ਹਸਪੀਟਲ ਸਾਨੂੰ ਲੈ ਕੇ ਚਲੇ ਜਾਂਦੇ ਸੀ ਜਾਂ ਡਾਕਟਰ ਦੇ ਲੈ ਜਾਂਦੇ ਸੀ, ਉਹਨਾਂ ਨੂੰ ਸੋਚਣਾ ਵੀ ਨਹੀਂ ਸੀ ਪੈਂਦਾ, ਅਸੀਂ ਡਾਕਟਰ ਦੇ ਚਲੇ ਜਾਂਦੇ ਸੀ। ਪਰ ਹੁਣ ਜਿਵੇਂ ਸਾਨੂੰ ਪਤਾ ਲੱਗਿਆ ਕਿ ਅਸੀਂ ਇੱਕ ਸਿਰਫ ਸਰੀਰ ਨਹੀਂ ਪਾਲਣਾ, ਅਸੀਂ ਇੱਕ ਮਨ ਵੀ ਪਾਲਣਾ, ਅਸੀਂ ਇੱਕ ਮਾਨਸਿਕਤਾ ਵੀ ਪਾਲਣੀ ਆ। ਜਿਸ ਤਰੀਕੇ ਨਾਲ ਸਾਡਾ ਸਰੀਰ ਵੱਧ ਰਿਹਾ ਹੁੰਦਾ, ਉਸ ਤਰੀਕੇ ਨਾਲ ਸਾਡੇ ਬੱਚੇ ਦਾ ਬ੍ਰੇਨ ਵੀ ਉਸੇ ਤਰੀਕੇ ਨਾਲ ਡਿਵੈਲਪ ਹੋ ਰਿਹਾ ਹੁੰਦਾ। ਐਂਡ ਬਹੁਤ ਜ਼ਿਆਦਾ ਤੁਸੀਂ ਦੇਖੋ ਕਿ ਜਿਵੇਂ ਆਪਣਾ ਜਿਹੜੀ ਬਾਡੀ ਆ ਉਹ ਛੋਟੀ ਉਮਰਾਂ ਦੇ ਵਿੱਚ ਬਹੁਤ ਵੱਡੀ ਜ਼ਿਆਦਾ ਵੱਧਦੀ ਆ। ਅਸੀਂ ਸੈੱਲ ਜ਼ਿਆਦਾ ਬਣਾਉਣੇ, ਸਾਡੇ ਥੋੜੇ 20-21 ਸਾਲ ਤੱਕ ਬਾਅਦ ਸਾਡੀ ਹਾਈਟ ਵੀ ਵਧਣੋਂ ਹਟ ਜਾਂਦੀ ਆ, ਅਸੀਂ ਸਾਡੇ ਅੰਗ ਵੀ ਨਹੀਂ ਥੋੜੇ ਵੱਧਦੇ ਜਿੱਦਾਂ ਦੇ ਹੋ ਜਾਂਦੇ। ਸੋ ਐਵੇਂ ਸਾਡੀ ਬ੍ਰੇਨ ਦੀ ਆ, ਉਹ ਛੋਟੇ ਸਾਲਾਂ ਦੇ ਵਿੱਚ, ਪਹਿਲੇ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਵੱਧਦਾ। ਐਂਡ ਸਾਡੀ ਪੈਰੈਂਟਿੰਗ ਦਾ ਜਿਹੜਾ ਅਸੀਂ ਚੇਂਜ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਸਿਰਫ ਇੱਕ ਸਰੀਰਕ ਹੀ ਹਿਊਮਨ ਬੀਇੰਗ ਨਹੀਂ ਕ੍ਰੀਏਟ ਕਰਨਾ ਜਾਂ ਉਹਦੀ ਪਰਵਰਿਸ਼ ਕਰਨੀ, ਸਾਨੂੰ ਉਹਦੀ ਮਾਨਸਿਕ ਵੀ ਪਰਵਰਿਸ਼ ਕਰਨੀ ਆ। ਐਂਡ ਜਿਹੜੀ ਮਾਨਸਿਕ ਪਰਵਰਿਸ਼ ਆ, ਜਿਹੜੀ ਇੱਕ ਦਿਮਾਗ ਦੀ ਪਰਵਰਿਸ਼ ਆ, ਉਹ ਨਾ ਤਾਂ ਸਾਡੇ ਮਾਪਿਆਂ ਦੀ ਹੋਈ ਵੀ ਆ, ਨਾ ਸਾਡੇ ਮਾਂ-ਬਾਪ ਦੀ ਹੋਈ ਵੀ ਆ, ਨਾ ਉਹਨਾਂ ਦੇ ਮਾਂ-ਬਾਪ ਦੀ ਹੋਈ ਸੀ, ਨਾ ਉਹਨਾਂ ਦੇ ਹੋਈ ਸੀ। ਸੋ ਇਨ ਅ ਵੇ ਤੁਸੀਂ ਕਹਿ ਸਕਦੇ ਕਿ ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਕਿ ਉਹ ਭੋਲੇ ਆ ਇਸ ਚੀਜ਼ ਨੂੰ, ਇਸ ਪ੍ਰੋਸੈਸ ਨੂੰ ਲੈ ਕੇ। ਬਿਕਾਜ਼ ਜਿਹੜੀ ਲੈਂਗੁਏਜ ਮੈਂ ਸਿੱਖੀ ਨਹੀਂ, ਮੇਰੇ ਮਾਂ ਨੇ ਨਹੀਂ ਸਿੱਖੀ, ਮੇਰੇ ਫਾਦਰ ਨੇ ਨਹੀਂ ਸਿੱਖੀ, ਉਹ ਮੈਨੂੰ ਸਿਖਾ ਵੀ ਨਹੀਂ ਸਕਦੇ ਉਹ ਲੈਂਗੁਏਜ, ਚਾਹੇ ਉਹ ਕਿੰਨਾ ਵੀ ਮੈਨੂੰ ਪਿਆਰ ਕਰਨ, ਨੂੰ ਨਹੀਂ ਸਿਖਾ ਸਕਣਗੇ, ਰਾਈਟ। ਸੋ ਇਹਨਾਂ ਸ਼ੋਜ਼ ਦੇ ਦੁਆਰਾ ਸਾਡਾ ਮਕਸਦ ਹੈ ਕਿ ਅਸੀਂ ਇੱਕ ਹਿਊਮਨ ਬੀਇੰਗ ਨੂੰ ਜਦੋਂ ਪਾਲਦੇ ਹਾਂ, ਅਸੀਂ ਜਿੰਨਾ ਉਹਦੇ ਸਰੀਰ ਵਾਸਤੇ ਧਿਆਨ ਦਿੰਦੇ ਹਾਂ, ਉਨਾ ਹੀ ਅਸੀਂ ਉਹਦੇ ਮਨ ਦੀ ਬਣਤਰ ਨੂੰ ਵੀ ਧਿਆਨ ਦੇਈਏ। ਬਲਵਿੰਦਰ, ਬੜਾ ਇੰਟਰਸਟਿੰਗ ਤੁਸੀਂ ਨੈਚੁਰਲੀ ਸਿਨੋਪਸਿਸ ਕੀਤਾ। ਆਮ ਤੌਰ ਦੇ ਉੱਤੇ ਆਪਣੇ ਘਰਾਂ ਦੇ ਵਿੱਚ ਹੁੰਦਾ ਕਿ ਬਈ ਮਾਂ-ਬਾਪ ਜਿਹੜੇ ਆ ਉਹ ਕੰਮ ਦੇ ਉੱਤੇ ਜਾ ਰਿਹਾ, ਉਹ ਕਹਿ ਰਿਹਾ ਕਿ ਦੇਖ ਮੈਂ ਇਹਨਾਂ ਨੂੰ ਰੋਟੀ, ਕੱਪੜਾ, ਮਕਾਨ ਸਾਰਾ ਕੁਛ ਵਧੀਆ ਦੇ ਰਿਹਾ, ਆ ਕੇ ਮੈਂ ਪੁੱਛ ਰਿਹਾ ਕਿ ਬਈ ਕਿੱਦਾਂ ਸਕੂਲ ਕਿੱਦਾਂ ਸੀ, ਤੇ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਕੁਛ ਚਾਹੀਦਾ ਤਾਂ ਨਹੀਂ ਹੈਗਾ। ਤੇ ਆਮ ਆਪਾਂ ਇਹਨਾਂ ਸਟੇਜਸ ਦੇ ਵਿੱਚ ਲੰਘਦੇ ਹਾਂ, ਬਹੁਤ ਘੱਟ ਇਹ ਜਿਹੜੀ ਤੁਸੀਂ ਕਹਿ ਲਓ ਬਣਤਰ ਤੋਂ ਬਾਹਰ ਜਾ ਪਾਉਂਦੇ ਆ, ਜਿਹੜੀ ਕਿ ਆਮ ਤੌਰ ਉੱਤੇ ਰਹਿੰਦੀ ਆ ਕਿ ਇਸ ਦੇ ਵਿੱਚ ਕਿ ਮੈਂ ਇੱਕ ਵਧੀਆ ਪ੍ਰੋਵਾਈਡਰ ਫਾਈਨੈਂਸ਼ੀਅਲੀ ਤੇ ਫਿਜ਼ੀਕਲੀ, ਜਿਵੇਂ ਤੁਸੀਂ ਕਿਹਾ। ਲੇਕਿਨ ਜਿਵੇਂ ਤੁਸੀਂ ਹੁਣ ਗੱਲ ਮਨ ਦੀ ਕੀਤੀ, ਦਿਮਾਗ ਦੀ ਕੀਤੀ, ਉਹਦੇ ਬੱਚੇ ਦੇ ਨਾਲ ਸਾਂਝ ਜਿਹੜੀ ਆ above and beyond ਜਿਹੜੀ ਫਿਜ਼ੀਕਲ ਤੋਂ ਆ, ਉਸ ਦੇ ਵਿੱਚ ਕੀ ਕੀ ਆ ਜਾਂਦਾ ਜਿਹੜਾ ਕਿ ਆਮ ਤੌਰ ਦੇ ਉੱਤੇ ਆਪਾਂ ਇੰਡੀਆ ਦੇ ਮੁਕਾਬਲੇ ਜੇ ਲੈ ਕੇ ਚਲੀਏ ਤੇ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਵੱਖਰਾ ਸਾਨੂੰ ਉਹ ਪੈਟਰਨ ਅਪਣਾਉਣਾ ਪੈਂਦਾ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੀ ਨਤੀਜੇ ਇਸ ਚੀਜ਼ ਦੇ ਵਿੱਚ ਹਿਸਟਰੀ ਵੇਖਣੀ ਪੈਣੀ ਆ। ਅਸੀਂ ਉਸ ਕੰਟਰੀ ਦਾ ਪ੍ਰੋਡਕਟ ਆ, ਇੱਕ ਟਰਾਮਾਟਾਈਜ਼ਡ ਕੰਟਰੀ ਦਾ ਪ੍ਰੋਡਕਟ ਆ। ਅਸੀਂ ਸਾਡੇ ਮਾਂ-ਬਾਪ ਦਾ ਜਿਸ ਕੰਟਰੀ ਦੇ ਵਿੱਚ ਜਨਮ ਹੋਇਆ, ਜਿੱਥੋਂ ਆਏ ਆ, ਉਹ ਇੱਕ ਟਰਾਮਾਟਾਈਜ਼ਡ ਕੰਟਰੀ ਸੀ, ਵਿਚ ਮੀਨਸ ਕਿ ਉਸ ਕੰਟਰੀ ਦੇ ਵਿੱਚ ਰਿਸੋਰਸਿਸ ਅਵੇਲੇਬਲ ਨਹੀਂ ਸੀ। ਐਂਡ ਜਦੋਂ ਸਾਡੇ ਪੇਰੈਂਟਸ ਵੱਡੇ ਹੋ ਰਹੇ ਸੀ, ਜਾਂ ਜੇ ਸਾਡੀ ਵੀ ਪਰਵਰਿਸ਼ ਪਹਿਲੇ ਸਾਲਾਂ 'ਚ ਇੰਡੀਆ ਦੇ ਵਿੱਚ ਹੋਈ ਵੀ ਆ, ਤੇ ਤੁਸੀਂ ਦੇਖ ਸਕਦੇ ਕਿ ਉਸ এনवायरमेंट ਦੇ ਵਿੱਚ ਬਹੁਤ ਸਟ੍ਰੈਸ ਸੀ। ਨਾਟ ਬਿਕਾਜ਼ ਇੱਕ ਮਾਪਾ ਸਟ੍ਰੈਸ ਹੋਣਾ ਚਾਹੁੰਦਾ ਸੀ, ਬਿਕਾਜ਼ ਉਹਦੇ ਆਲੇ ਦੁਆਲੇ ਦਾ ਜਿਹੜਾ ਕਲਚਰ ਸੀ ਉਹ ਬਹੁਤ ਸਟ੍ਰੈਸਫੁਲ ਸੀ, ਫਾਈਨੈਂਸ਼ੀਅਲ ਸਟ੍ਰੈਸਫੁਲ ਸੀ, ਰਿਸੋਰਸਿਸ ਨਾ ਹੋਣਾ ਕੰਟਰੀ ਦੇ ਵਿੱਚ, ਫਾਈਨੈਂਸ਼ੀਅਲ ਸਟ੍ਰੈਸਸ ਬਹੁਤ। ਆਪਣੇ ਕੰਟਰੀ ਦੇ, ਆਪਣੇ ਇੰਡੀਆ ਦੇ ਤੁਹਾਨੂੰ ਹਾਲਾਤ ਪਤਾ ਵਾ। ਸੋ ਜਦੋਂ ਅਸੀਂ ਉਸ ਕੰਟਰੀ ਦੇ, ਐਂਡ ਇਸ ਕਰਕੇ ਜਦੋਂ ਕੋਈ ਇੱਥੇ ਕੈਨੇਡਾ ਦੇ ਵਿੱਚ ਆਉਂਦਾ ਵਾ, ਜਦੋਂ ਕੋਈ ਇਸ ਕੰਟਰੀ ਦੇ ਵਿੱਚ ਆਉਂਦਾ, ਤੇ ਉਹਦਾ ਪਹਿਲਾ ਮਕਸਦ ਹੁੰਦਾ ਕਿ ਮੈਂ ਆਪਦੀ ਫੈਮਿਲੀ ਨੂੰ ਫਾਈਨੈਂਸ਼ੀਅਲ ਸਿਕਿਉਰਿਟੀ ਦੇਣੀ ਆ। ਕਿਉਂਕਿ ਅਸੀਂ ਉਸ ਮਾਨਸਿਕਤਾ ਚੋਂ ਆਏ ਆ। ਕਿਉਂਕਿ ਜਿਹੜੇ ਡਰ ਅਸੀਂ ਬਚਪਨ 'ਚ ਦੇਖੇ ਹੋਏ ਆ ਨਾ, ਉਹ ਡਰ ਸਾਡੇ ਸਾਰੀ ਉਮਰ ਨਹੀਂ ਸਾਡੇ ਨਾਲ ਹੀ ਜਾਂਦੇ ਆ, ਅਨਲੈਸ ਅਸੀਂ ਇੱਕ ਕਾਉਂਸਲਿੰਗ ਦੇ ਪਰਸਪੈਕਟਿਵ ਤੋਂ ਉਹਨੂੰ ਆਪਦੇ ਵਿੱਚ ਉਸ ਡਰ ਨੂੰ ਕੱਢੀਏ। ਸੋ ਜੀ ਹਾਂ, ਜਿਵੇਂ ਸਾਡੇ ਪੇਰੈਂਟਸ ਆ ਕੇ ਇੱਥੇ ਫਾਈਨੈਂਸ਼ੀਅਲੀ ਸਿਕਿਉਰ ਕਰਦੇ, ਕਿਉਂਕਿ ਉਹ ਇਹ ਜਿਹੇ ਥਾਂ ਤੋਂ ਆਏ ਹੁੰਦੇ ਜਿੱਥੇ ਡਰ ਉਹਨਾਂ ਦੇ ਬਚਪਨ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਹੁੰਦਾ ਉਹਨਾਂ ਦੇ।
ਸੋ ਸਾਨੂੰ ਇਹ ਸਮਝਣਾ ਪਊਗਾ ਕਿ ਇਹ ਇੱਕ ਪੈਟਰਨ ਹੈ, ਇੱਕ ਉਹਨਾਂ ਦਾ ਕੋਪਿੰਗ ਮੈਕੈਨਿਜ਼ਮ ਆ। ਪਰ ਹੁੰਦਾ ਇਹ ਆ ਕਿ ਅਸੀਂ ਜਦੋਂ ਫਾਈਨੈਂਸ਼ੀਅਲ ਸਿਕਿਉਰਿਟੀ ਹੋ ਵੀ ਜਾਂਦੀ ਹੈ, ਸਾਨੂੰ ਮਿਲ ਵੀ ਜਾਂਦੀ ਆ, ਮਾਨਸਿਕ ਤੌਰ ਤੇ ਉਹ ਸਾਨੂੰ ਹਜੇ ਮਿਲੀ ਨਹੀਂ ਗੀ। ਕਿਉਂਕਿ ਕੋਈ ਵੀ ਚੀਜ਼ ਹੈ ਨਾ, ਉਹ ਚ ਤੁਹਾਨੂੰ ਫਿਜ਼ੀਕਲ ਤੌਰ ਤੇ ਮਿਲ ਗਈ ਆ, ਪਰ ਜਿੰਨਾ ਚ ਕੋ ਮੈਂਟਲੀ ਤੁਹਾਡੇ ਚ ਰਜਿਸਟਰ ਨਹੀਂ ਹੋਈ, ਜਿੰਨਾ ਚ ਅਨਕੌਂਸ਼ੀਅਸਲੀ ਪਏ ਜਿਹੜੇ ਬਾਇਸ ਨੂੰ ਉਹਨੇ ਬਦਲਿਆ ਨਹੀਂ, ਉਹਨਾਂ ਚ ਕੋ ਤੁਹਾਡੇ ਕੋਲ ਹੈ ਨਹੀਂ ਗੀ। ਫੋਰ ਐਗਜ਼ਾਮਪਲ ਤੁਹਾਡੀ ਪਾਕਟ ਦੇ ਵਿੱਚ $10,000 ਹੋ ਸਕਦੇ ਨੇ, ਪਰ ਤੁਹਾਡਾ ਮਨ ਕਹਿ ਰਿਹਾ ਵਾ ਕਿ ਨਹੀਂ ਮੈਂ ਗਰੀਬ ਆ, ਮੈਂ ਥੋੜੇ ਆ, ਮੇਰੇ ਲਈ ਹੈ ਨਹੀਂ, ਚਾਹੇ ਉਹ ਹੈ ਤੁਹਾਡੇ ਕੋਲੇ, ਪਰ ਤੁਹਾਡੇ ਹਜੇ ਸਾਈਕੋਲੋਜਿਕਲੀ ਦੇ ਵਿੱਚ ਨਹੀਂ ਸੈੱਟ ਹੋਇਆ ਕਿ ਯੈਸ ਮੈਂ ਠੀਕ ਆ, ਮੇਰੇ ਕੋਲ ਮਨੀ ਹੈ, ਮੈਂ ਸਿਕਿਉਰ ਆ। ਕਿਉਂ ਉਹਦਾ ਤੁਹਾਡੇ ਕੋਲ $100,000 ਵੀ ਤੁਹਾਡੀ ਪਾਕਟ 'ਚ ਹੋਵੇ ਤੇ ਹੋ ਸਕਦਾ ਮੈਂਟਲੀ ਤੁਸੀਂ ਹਜੇ ਵੀ ਨਾ ਸਿਕਿਉਰ ਹੋਵੋ, ਕਿਉਂਕਿ ਉਹ ਮੈਂਟਲੀ ਹਜੇ ਰਜਿਸਟਰ ਨਹੀਂ ਕੀਤਾ। ਐਂਡ ਜਿੰਨਾ ਚਿਰ ਕੋਈ ਚੀਜ਼ ਤੁਹਾਨੂੰ ਮੈਂਟਲੀ ਰਜਿਸਟਰ ਨਹੀਂ ਕਰਦੀ, ਚਾਹੇ ਉਹ ਤੁਹਾਨੂੰ ਫਿਜ਼ੀਕਲ ਲੈਵਲ ਤੇ, ਸੋ ਫਿਜ਼ੀਕਲ ਲੈਵਲ ਤੇ ਅਸੀਂ ਕੰਟਰੀ ਵਿੱਚ ਬੈਠੇ ਹਾਂ ਜਿੱਥੇ ਸਿਕਿਉਰਿਟੀ ਆ, ਪਰ ਮੈਂਟਲੀ ਅੱਜ ਵੀ ਸਾਡੀ ਜੌਬ ਚਲੀ ਜਾਵੇ ਤੇ ਸਾਨੂੰ ਇਨਸਿਕਿਉਰਿਟੀ, ਸਾਨੂੰ ਇੰਡੀਆ ਵਾਂਗੂ ਮਹਿਸੂਸ ਹੋਣ ਲੱਗ ਜਾਂਦਾ। ਇੱਕ ਨੈਚੁਰਲੀ ਪ੍ਰਵਿੰਦਰ ਸਵਾਲ ਪੁੱਛਿਆ ਜਾਂਦਾ ਕਿ ਜੇ ਮੈਂ ਫਿਰ ਹੁਣ ਗਾਂ ਮੈਂਟਲੀ ਬੱਚੇ ਦੇ ਨਾਲ ਇਹ ਸਾਂਝਦਾਰੀ ਪਾਉਣੀ ਹੈ, ਪੇਰੈਂਟਿੰਗ ਦੇ ਪੱਖੋਂ ਮੈਂ ਨੈਕਸਟ ਸਟੈਪ ਲੈਣਾ, ਫਿਰ ਮੈਂ ਸ਼ੁਰੂਆਤ ਕਿੱਥੋਂ ਕਰਾਂ? ਕਿਉਂਕਿ ਇਹ ਸਕਿੱਲ ਤਾਂ ਸਾਨੂੰ ਸਿਖਾਏ ਨਹੀਂ ਗਏ ਜਿਵੇਂ ਤੁਸੀਂ ਕਿਹਾ। ਸੋ ਫੋਰ ਵਾਟ ਵੁੱਡ ਬੀ ਅ ਗੁੱਡ ਸਟਾਰਟਿੰਗ ਪੁਆਇੰਟ? ਕਿੱਥੋਂ ਸ਼ੁਰੂਆਤ ਆਪਾਂ ਕਰ ਸਕਦੇ ਹਾਂ ਜਿੱਥੇ ਕਿ ਤੁਸੀਂ ਬੱਚੇ ਦੇ ਨਾਲ ਇਹ ਪ੍ਰੋਸੈਸ, ਜਾਂ ਆਪਾਂ ਕਹੀਏ ਕਿ ਇਹ ਭਾਈਵਾਲ ਹੁੰਦੇ ਆਪਾਂ ਪ੍ਰੋਗਰੈਸ ਇੱਧਰ ਨੂੰ ਕਰਦੇ ਹਾਂ ਜਿੱਥੇ ਕਿ ਉਹਨਾਂ ਦੀ ਮੈਂਟਲ ਵੈਲਬੀਇੰਗ ਜਿਹੜੀ ਆ ਉਧਰ ਨੂੰ ਆਪਾਂ ਤੁਰਦੇ ਆ? ਜੀ ਮੈਮ ਇਹ ਬਹੁਤ ਈਜ਼ੀ ਆਨਸਰ ਦੇਣਾ, ਪਰ ਇਹ ਬਹੁਤ ਡਿਫਿਕਲਟ ਆ ਕਰਨਾ। ਇਹਦੇ ਆਈ ਜਸਟ ਵਾਂਟ ਟੂ ਸੇ ਕਿ ਜਿੰਨਾ ਇਹ ਸੌਖਾ ਲੱਗਦਾ ਵਾ, ਜਿੰਨੀ ਇਹ ਕਈ ਵਾਰ ਅਸੀਂ ਇਨਫੋਰਮੇਸ਼ਨ ਦਿੰਦੇ ਆ, ਜਿੰਨਾ ਇਹ ਸੌਖਾ ਮੈਂ ਤੁਹਾਨੂੰ ਕਹਿ ਦਊਂਗੀ, ਇਹਦਾ ਮਤਲਬ ਇਹ ਨਹੀਂ ਕਿ ਉਹ ਬਹੁਤ ਓਨਾ ਹੀ ਸੌਖਾ ਹੋਊਗਾ ਪ੍ਰੈਕਟੀਕਲੀ ਕਰਨ ਦੇ ਵਿੱਚ। ਸੋ ਇਟਸ ਡਿਫਿਕਲਟ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਪਛਾਣਨੀ ਆ, ਫੋਰ ਐਗਜ਼ਾਮਪਲ ਜਿਹੜਾ ਆਪਦੇ ਬਚਪਨ ਦੇ ਵਿੱਚ ਜਾ ਕੇ ਤੁਸੀਂ ਆਪਣੇ ਟਰਾਮਾ ਨੂੰ ਪਛਾਣਨਾ ਕਿ ਮੇਰੇ ਅੰਦਰ ਡਰ ਕਿਹੜੇ ਨੇ। ਬਿਕਾਜ਼ ਜਿਹੜੇ ਐਜ਼ ਅ ਮੈਂਟਲੀ, ਫੋਰ ਐਗਜ਼ਾਮਪਲ ਜਦੋਂ ਤੁਹਾਨੂੰ ਗੁੱਸਾ ਆਉਂਦਾ ਤੇ ਤੁਸੀਂ ਆਪਦੇ ਗੁੱਸੇ ਨੂੰ ਕਿਵੇਂ ਹੈਂਡਲ ਕਰਦੇ ਹੋ? ਮੋਸਟ ਪੀਪਲ 99.9% ਸਾਡੇ ਕਲਚਰ 'ਚ ਸਾਨੂੰ ਇਹ ਨਹੀਂ ਪਤਾ, ਭਾਵੇਂ ਅਸੀਂ 50 ਸਾਲ ਦੇ, ਚਾਹੇ ਅਸੀਂ 60 ਸਾਲ ਦੇ, ਸਾਨੂੰ ਇਹ ਨਹੀਂ ਪਤਾ ਅਸੀਂ ਗੁੱਸੇ ਨੂੰ ਮੈਨੇਜ ਕਿਵੇਂ ਕਰਨਾ। ਅਸੀਂ ਗੁੱਸੇ ਤੋਂ ਡਰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਗੁੱਸਾ ਸਟਾਪ ਹੋ ਜਾਵੇ, ਸਾਨੂੰ ਆਵੇ ਨਾ, ਪਰ ਇਹਦੇ ਵਿੱਚੋਂ ਨਿਕਲਣਾ ਕਿਵੇਂ ਆ ਸਾਨੂੰ ਨਹੀਂ ਸਿਖਾਇਆ ਜਾਂਦਾ। ਅੱਜ ਅਸੀਂ ਭਾਵੇਂ ਕਿੰਨੇ ਵੀ ਓਲਡ ਹੋ ਜਾਈਏ, ਕਿਉਂਕਿ ਸਾਨੂੰ ਬਚਪਨ ਦੇ ਵਿੱਚ ਸਾਨੂੰ ਇਹ ਟ੍ਰੇਨਿੰਗ ਹੀ ਨਹੀਂ ਮਿਲੀ। ਸਾਨੂੰ ਇਹ ਸਿਖਾਇਆ ਗਿਆ ਕਿ ਤੂੰ ਮਿਲਕ ਪੀਣਾ ਵਾ, ਤੂੰ ਬਦਾਮ ਖਾਣੇ, ਪਰ ਮਾਨਸਿਕ ਤੌਰ ਤੇ ਜਦੋਂ ਫਰਸਟ੍ਰੇਸ਼ਨ ਤੇਰੇ ਚ ਆਊਗੀ, ਤੇਰੇ ਚ ਐਂਗਰ ਆਊਗਾ, ਜਦੋਂ ਤੈਨੂੰ ਹਰਟ ਹੋ, ਸਾਨੂੰ ਕਦੇ ਪੇਰੈਂਟਸ ਨੇ ਇਹ ਵੀ ਨਹੀਂ ਦੱਸਿਆ ਹੋਊਗਾ ਕਿ ਜੇ ਤੇਰਾ ਦਿਲ ਟੁੱਟਿਆ ਤੇ ਤੂੰ ਕਿਵੇਂ ਸਾਂਭਣਾ ਆਪਦੇ ਆਪ ਨੂੰ, ਕਦੇ ਨਹੀਂ। ਪਰ ਇਹ ਬੜਾ ਕਾਮਨ ਆ, ਸਾਡਾ ਦਿਲ ਟੁੱਟਦਾ ਵਾ, ਬਾਰ-ਬਾਰ ਟੁੱਟਦਾ ਵਾ, ਰਿਸ਼ਤਿਆਂ 'ਚ ਟੁੱਟਦਾ, ਰਿਸ਼ਤਿਆਂ ਤੋਂ ਪਹਿਲਾਂ ਟੁੱਟਦਾ, ਰਿਸ਼ਤਿਆਂ ਤੋਂ ਬਾਅਦ ਟੁੱਟਦਾ ਵਾ, ਪਰ ਇਹ ਸਾਨੂੰ ਇਹਨੂੰ ਆਪਦੇ ਆਪ ਨੂੰ ਹੈਂਡਲ ਕਿਵੇਂ ਕਰਨਾ ਸਾਨੂੰ ਦੱਸਿਆ ਨਹੀਂ ਜਾਂਦਾ। ਐਂਡ ਮੋਸਟਲੀ ਆਦਮੀਆਂ ਲਈ ਤਾਂ ਸਿਰਫ ਇੱਕ ਆ ਕਿ ਉਹ ਡਰਿੰਕ ਪਕਾਉਣ ਲੱਗ ਜਾਂਦੇ ਆ, ਉਹਨਾਂ ਦਾ ਇੱਕ ਕੋਪਿੰਗ ਮੈਕੈਨਿਜ਼ਮ ਆ, which is obviously ਬਹੁਤ ਵੱਡਾ ਟੌਪਿਕ ਆਪਦੇ on its own, ਮੇਬੀ ਉਹ ਕਿਸੇ ਹੋਰ ਦਿਨ ਆਪਾਂ ਗੱਲ ਕਰਾਂਗੇ। ਪਰ ਸੋ ਇਹ ਜਿਵੇਂ ਮੈਂ ਕਹਿ ਰਹੀ ਕਿ ਇੰਨਾ ਬਿਕਾਜ਼ ਤੁਸੀਂ ਨਹੀਂ ਐਜ਼ ਅ ਮਾਪੇ ਚੀਜ਼ ਸਿੱਖੀ ਵੀ, ਇਹ ਬਹੁਤ ਔਖੀ ਚੀਜ਼ ਹੈ। ਜਦੋਂ ਹਜੇ ਮੈਂ ਹੀ ਨਹੀਂ ਆਪਦੇ ਆਪ ਨੂੰ ਰੋਣੇ, ਮੈਨੂੰ ਹੀ ਨਹੀਂ ਪਤਾ ਮੈਂ ਆਪਦੇ ਆਪ ਨੂੰ ਰੋਣ ਦੇ ਵਿੱਚ ਕਿੰਨਾ ਆਪਦੇ ਆਪ ਨੂੰ ਸਟੇਬਲ ਰੱਖਣਾ ਵਾ, ਮੈਂ ਐਂਗਰ ਦੇ ਵਿੱਚੋਂ ਕਿਵੇਂ ਨਿਕਲਣਾ, ਮੈਂ ਫਰਸਟ੍ਰੇਸ਼ਨ ਦੇ ਵਿੱਚੋਂ ਕਿਵੇਂ ਨਿਕਲਣਾ ਵਾ, ਤੇ ਮੇਰੇ ਲਈ ਬਹੁਤ ਔਖਾ ਕਿ ਜਿਹੜਾ ਮੇਰਾ ਬੱਚਾ ਮੇਰੇ ਮੂਹਰੇ ਫਰਸਟ੍ਰੇਟਡ ਆ ਤੇ ਉਹਨੂੰ ਮੈਂ ਕਾਮ ਕਰ ਸਕਾਂ। ਤੁਸੀਂ ਦੇਖੋ ਫੋਰ ਐਗਜ਼ਾਮਪਲ ਤੁਸੀਂ ਇੱਕ ਐਗਜ਼ਾਮਪਲ ਆਪਦੇ ਤੇ ਲੈ ਕੇ ਦੇਖੋ ਕਿ ਜਦੋਂ ਤੁਸੀਂ ਫਰਸਟ੍ਰੇਟਡ ਹੁੰਦੇ ਹੋ, ਜਦੋਂ ਤੁਸੀਂ ਐਂਗਰੀ ਹੁੰਦੇ ਹੋ, ਤੁਹਾਨੂੰ ਇੱਕ ਉਹ ਜਿਹਾ ਇਨਸਾਨ ਚਾਹੀਦਾ ਤੁਹਾਡੇ ਕੋਲੇ ਜਿਹੜਾ ਤੁਹਾਨੂੰ ਪਨਿਸ਼ ਕਰੇ, ਕਿ ਤੁਹਾਨੂੰ ਉਹ ਜਿਹਾ ਚਾਹੀਦਾ ਜਿਹੜਾ ਤੁਹਾਨੂੰ ਕਾਮ ਕਰੇ ਤੇ ਤੁਹਾਡੇ ਦਿਲ ਦੇ ਦਰਦ ਨੂੰ ਸਮਝੇ ਉਦੋਂ? ਬੜਾ ਨੈਚੁਰਲ ਆਨਸਰ ਹੈ ਇਸਦਾ ਜੀ। ਇਟਸ ਵੈਰੀ ਇਟਸ ਨਾਟ ਰਾਕਟ ਸਾਇੰਸ ਨਹੀਂ ਹੈਗੀ, ਪਰ ਆਪਾਂ ਨੂੰ ਸਾਰਿਆਂ ਨੂੰ ਪਤਾ, ਆਪਾਂ ਨੂੰ ਸਾਰਿਆਂ ਨੂੰ ਪਤਾ ਵਾ। ਪਰ ਕੀ ਆਪਾਂ ਜਦੋਂ ਸਾਡਾ ਬੱਚਾ ਸਾਡੇ ਸਾਹਮਣੇ ਹੁੰਦਾ ਵਾ, ਕੀ ਆਪਾਂ ਉਹ ਕਰਦੇ ਆ? ਨਹੀਂ, ਅਸੀਂ ਦੂਸਰੇ ਰੂਟ ਜਾਂਦੇ ਵਿੱਚ ਇਜ਼ ਪਨਿਸ਼ਮੈਂਟ, ਐਂਡ ਉਹਦਾ ਬੱਚੇ ਦਾ ਗੁੱਸਾ ਸਾਨੂੰ ਗੁੱਸਾ ਚੜਾ ਦਿੰਦਾ, ਅਸੀਂ ਹੋਰ ਥ੍ਰੈਟ ਦਿੰਦੇ ਆ। ਸੋ ਬੇਸਿਕਲੀ ਉਹ ਮਾਨਸਿਕਤਾ ਦੇ ਵਿੱਚ ਜਿੱਥੇ ਇੱਕ ਬੱਚੇ ਨੂੰ ਮਦਦ ਲੈਣੀ ਚਾਹੀਦੀ ਸੀ, ਬਿਕਾਜ਼ ਮਦਦ ਚਾਹੀਦੀ ਸੀ, ਕਿਉਂਕਿ ਅਸਲੀ ਉਹ ਗੁੱਸੇ ਦੇ ਥੱਲੇ ਕੀ ਆ, ਜੇ ਤੁਸੀਂ ਗੁੱਸੇ ਨੂੰ ਫਰੋਲ ਕੇ ਦੇਖੋ, ਉਹਦੇ ਥੱਲੇ ਜੇ ਤੁਹਾਨੂੰ ਕਿਸੇ ਤੇ ਗੁੱਸਾ ਆਇਆ, ਇਟਸ ਬਿਕਾਜ਼ ਯੂ ਆਰ ਹਰਟ,
you know ਤੁਸੀਂ hurt ਹੋ, ਤੁਸੀਂ ਕਿਤੇ you know you may be feeling out of control, you're feeling maybe at a loss, ਕੁਝ ਵੀ ਤੁਸੀਂ ਮਹਿਸੂਸ ਕਰ ਰਹੇ ਹੋ, you know ਇਕੱਲਾਪਣ ਮਹਿਸੂਸ ਕਰ ਰਹੇ ਹੋ, ਕੁਝ ਵੀ ਮਹਿਸੂਸ ਕਰ ਰਹੇ ਹੋ, ਪਰ ਉਹਦੇ ਵਿੱਚ ਤੁਹਾਨੂੰ ਨਾ ਸਾਥ ਤਾਂ ਮਿਲਦਾ ਹੀ ਨਹੀਂ ਕਦੇ। ਐਜ਼ ਅ ਬਚਪਨ ਦੇ ਵਿੱਚ ਸਾਨੂੰ ਵੀ ਨਹੀਂ ਮਿਲਿਆ ਉਹ ਸਾਥ, ਸੋ ਸਾਨੂੰ ਭਾਵਨਾਵਾਂ ਨੂੰ ਇਕੱਲੇ ਨੂੰ ਜੂਝਣਾ ਪਿਆ ਜਿਵੇਂ ਵੀ ਸਾਨੂੰ ਸਮਝ ਆਈ। ਐਂਡ ਜੇ ਯੂ ਨੋ ਵੱਧ ਤੋਂ ਵੱਧ ਸਾਡੇ ਇੱਕ ਦੋ ਠੋਕ ਵੀ ਦਿੱਤੀਆਂ ਸੀਗੀਆਂ ਬੈਕ ਇਨ ਇੰਡੀਆ, ਤਾਂ ਇਦਾਂ ਕਰ ਵੀ ਦਿੰਦੇ ਸੀਗੇ ਕਿ ਇੱਕ ਤਾਂ ਤੁਹਾਡੇ ਅੰਦਰੋਂ ਤੁਸੀਂ ਦੁਖੀ ਆ, ਇੱਕ ਤੁਹਾਨੂੰ ਬਾਹਰੋਂ ਵੀ ਜਿਹੜੇ ਤੁਹਾਨੂੰ ਸਾਂਭਣ ਵਾਲੇ ਉਹਨਾਂ ਨੇ ਵੀ ਤੁਹਾਨੂੰ ਯੂ ਨੋ ਤੁਹਾਨੂੰ ਸਪੈਂਕ ਕਰਤਾ। ਤੇ ਆਈ ਮੀਨ ਇੱਕ ਤਾਂ ਅੰਦਰਲਾ ਦੁੱਖ, ਇੱਕ ਬਾਹਰਲਾ ਦੁੱਖ। ਬਾਹਰਲਾ ਦੁੱਖ ਕੀ ਹੈ ਕਿ ਕੋਈ ਇਨਸਾਨ ਤੁਹਾਨੂੰ ਸਮਝ ਹੀ ਨਹੀਂ ਰਿਹਾ ਤੁਹਾਡੀ ਮਾਨਸਿਕ ਸਥਿਤੀ ਨੂੰ। ਬੜਾ ਇੰਟਰਸਟਿੰਗ ਤੁਸੀਂ ਜੀ ਯੈਸ ਇਹਦੇ ਵਿੱਚ ਜਿੱਥੇ ਤੁਸੀਂ ਸੌਫਟ ਆਪਣਾ ਜਿਹੜਾ ਪੱਖ ਆ, ਕਿਉਂਕਿ ਆਪਾਂ ਜਿਹਨਾਂ ਮੁਲਕਾਂ 'ਚੋਂ ਉੱਠ ਕੇ ਆਏ, ਖਾਸ ਕਰਕੇ ਜਿਹੜੇ ਪੰਜਾਬੀ ਆ, ਆਪਾਂ ਫਰੰਟੀਅਰ ਸਟੇਟ ਤੋਂ ਉੱਠ ਕੇ ਆਏ ਹਾਂ, ਮਰਦ ਪ੍ਰਧਾਨ ਸੁਸਾਇਟੀ, ਜਿੱਥੇ ਕਿ ਅਸੀਂ ਬਹੁਤ ਦੇਰ ਲੜਾਈਆਂ ਲੜਦੇ ਰਹੇ ਉੱਥੇ, ਫਿਰ ਇਹਨਾਂ ਪੀਸਫੁਲ ਸੁਸਾਇਟੀਜ਼ ਦੇ ਵਿੱਚ ਆ ਕੇ ਬਹੁਤ ਵਾਰ ਤੁਹਾਡੀ ਪੇਰੈਂਟਸ ਤੁਹਾਨੂੰ ਦੇਖ ਰਹੇ ਹੁੰਦੇ ਆ ਕਿ ਕੀ ਤਰੀਕੇ ਦੇ ਨਾਲ ਤੂੰ ਆਪਣੇ ਨਿਆਣਿਆਂ ਨੂੰ ਜਿਹੜਾ ਇੰਨਾ ਕਰ ਰਿਹਾ ਹੈ, ਇਹਨੂੰ ਤੂੰ ਬਾਹਲਾ ਪੋਲਾ ਬਣਾ ਦੇਣਾ, ਇਹਨੂੰ ਜਿਹੜਾ ਤੂੰ ਜਿਹੜਾ ਇਹ ਆਪਣਾ ਇੱਦਾਂ ਥੋੜ੍ਹੀ ਆਪਾਂ ਬੱਚਿਆਂ ਦੇ ਨਾਲ ਕਰੀਦਾ, ਥੋੜ੍ਹਾ ਸਖਤ ਹੋ। ਇਹ ਬਹੁਤ ਵਾਰ ਸੁਣਿਆ ਜਾਂਦਾ ਤੇ ਫਿਰ ਬੱਚੇ ਵੀ ਉਸ ਕਨਵਰਸੇਸ਼ਨ ਦਾ ਹਿੱਸਾ ਬਣਦੇ ਹੋਏ ਦੇਖਦੇ ਆ ਕਿ ਸ਼ਾਇਦ ਸਾਡੇ ਦੇ ਵਿੱਚ ਕੋਈ ਕਮੀ ਆ, ਕਿ ਅਸੀਂ ਜਿੱਦਾਂ ਦੇ ਸਾਡੇ ਦਾਦਾ ਜੀ ਐਕਸਪੈਕਟ ਕਰ ਰਹੇ ਆ ਤੇ ਦਾਦੀ ਕਰ ਰਹੀ ਆ, ਜਾਂ ਮਾਂ ਬਾਪ ਵੀ ਕਿਸੇ ਹੱਦ ਤੱਕ, ਅਸੀਂ ਉਸ ਦੇ ਤੇ ਪੂਰਾ ਨਹੀਂ ਆ ਰਹੇ। ਇਹ ਵੀ ਇੱਕ ਬਹੁਤ ਵੱਡਾ ਇਸ਼ੂ ਆ ਜਾਂਦਾ। You know, it's true because ਜਿਵੇਂ ਸਾਡੇ ਮਾਂ ਬਾਪ ਨੇ ਸਾਨੂੰ ਪਾਲਿਆ ਵਾ, ਐਂਡ ਜਿਸ ਕਲਚਰ ਚੋਂ ਅਸੀਂ ਆਏ ਆ, ਕਿਸੇ ਨੂੰ ਕੁਝ ਵੀ ਕਰਵਾਉਣ ਦਾ ਤਰੀਕਾ ਇਹੀ ਆ ਕਿ ਉਹਨੂੰ ਡਰਾਓ। You know, that's a pattern. That is a pattern because ਜਿਵੇਂ ਤੁਸੀਂ ਕਿਹਾ ਸੀ ਕਿ ਪੈਟਰੀਆਰਕੀ ਜੋ ਬਹੁਤ ਸਟਰੋਂਗ ਚੋਂ ਆਏ ਆ, ਜਿੱਥੇ ਆਦਮੀ ਨੇ ਯੂ ਨੋ ਔਰਤ ਨੂੰ ਵੀ ਜਿਹੜਾ ਕੁਝ ਕਰਾਉਣਾ ਹੁੰਦਾ ਸੀ ਡਰਾ ਕੇ ਕਰਾਉਂਦੇ ਹੁੰਦੇ ਸੀ, ਬਿਕਾਜ਼ ਇਹ ਬੜਾ ਕੁਇਕ ਤੇ ਹੈ ਕੋਈ ਆਈ ਮੀਨ ਯੂ ਨੋ ਜੇ ਤੁਸੀਂ ਕਿਸੇ ਦੇ ਯੂ ਨੋ ਕਿਸੇ ਦੇ ਫੋਰਹੈਡ ਤੇ ਗਨ ਰੱਖ ਲੋਗੇ ਤਾਂ ਤੁਸੀਂ ਕੁਝ ਵੀ ਕਰਵਾ ਸਕਦੇ ਹੋ। ਬਹੁਤ ਇਫੈਕਟਿਵ ਤੇ ਬਹੁਤ ਫਾਸਟ ਤਰੀਕਾ ਵਾ, ਯੂ ਨੋ ਡਰ ਦੇ ਵਿੱਚ ਬਹੁਤ ਫਾਸਟ ਤੇ ਇਫੈਕਟਿਵ ਆ। ਸੋ ਯੂ ਨੋ ਅਸੀਂ ਉਸ ਕਲਚਰ ਦੇ ਵਿੱਚੋਂ ਆਏ ਹਾਂ ਜਿੱਥੇ ਜਿਹੜੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸ਼ਾਇਦ ਤੁਹਾਡੇ ਪੇਰੈਂਟ, ਉਹਨਾਂ ਦੀ ਪੈਰੈਂਟਿੰਗ ਵੀ ਏਦਾਂ ਹੀ ਹੋਈ ਵੀ ਹੈ, ਯੂ ਨੋ ਉਹਨਾਂ ਦੀ ਪੈਰੈਂਟਿੰਗ ਏਦਾਂ ਹੋਈ ਵੀ ਹੈ ਕਿ ਉਹਨਾਂ ਨੂੰ ਡਰਾ ਧਮਕਾ ਕੇ, ਯੂ ਨੋ। ਪਰ ਤੁਸੀਂ ਇਹ ਦੇਖੋ ਕਿ ਜਦੋਂ ਤੁਹਾਨੂੰ ਅਕਸਰ ਯੂ ਨੋ ਅਕਸਰ ਜਦੋਂ ਮੇਰੇ ਕੋਲ ਕਈ ਮੇਰੇ ਕਲਾਇੰਟ ਆਉਂਦੇ, ਉਹ ਕਹਿੰਦੇ ਨਹੀਂ ਯੂ ਨੋ ਸਾਡੇ ਫਾਦਰ ਨੇ ਸਾਨੂੰ ਕੁੱਟ ਦਿੰਦੇ ਸੀ, ਅਸੀਂ ਮੈਥ 'ਚ ਤਾਂ ਹੀ ਵਧੀਆ ਹੋਏ, ਯੂ ਨੋ ਅਸੀਂ ਯੂ ਨੋ ਨਹੀਂ ਤਾਂ ਮੈਨੂੰ ਮੈਂ ਟਿਊਸ਼ਨ ਹੀ 'ਚ ਜਾਂਦਾ ਜੇ ਮੇਰਾ ਫਾਦਰ। ਪਰ ਤੁਸੀਂ ਆਪਦੇ ਆਪ ਦੇ ਵਿੱਚ ਬੈਠ ਕੇ ਦੇਖੋ ਕਿ ਜਦੋਂ ਤੁਹਾਨੂੰ ਕੁੱਟ ਪੈਂਦੀ ਸੀ ਐਂਡ ਜਿਸ ਤਰੀਕੇ ਨਾਲ ਉਹ ਤੁਹਾਨੂੰ ਰਿਸੀਵ ਕਰਦੇ ਸੀ, ਤੁਹਾਨੂੰ ਅੰਦਰੋਂ ਚੰਗਾ ਮਹਿਸੂਸ ਹੁੰਦਾ ਸੀ ਐਜ਼ ਬਚਪਨ ਦੇ ਵਿੱਚ? No, you know, think about it. And ਹੋ ਸਕਦਾ and ਉਹ ਚੀਜ਼ ਅਸੀਂ ਐਕਸਪਲੋਰ ਨਹੀਂ ਕਰਦੇ ਕਿ ਜੇ ਤੁਹਾਨੂੰ ਪਿਆਰ ਨਾਲ ਹੀ ਉਹ ਚੀਜ਼ ਮਿਲੀ ਹੁੰਦੀ, ਜੇ ਤੁਹਾਨੂੰ ਪਿਆਰ ਨਾਲ ਹੀ ਉਹ ਮੈਸੇਜ ਮਿਲਿਆ ਹੁੰਦਾ, ਤੇ ਸ਼ਾਇਦ ਜਿੱਥੇ ਤੁਸੀਂ ਹੈ ਇੱਥੋਂ ਤੁਸੀਂ 20 ਕਦਮ ਹੋਰ ਵੀ ਗਾਂਹ ਹੁੰਦੇ। You know, think about it. And as a child, you know, ਜੇ ਤੁਸੀਂ ਕਿਸੇ ਬੱਚੇ ਨੂੰ ਪੜ੍ਹਾ ਰਹੇ ਹੋ ਬੈਕ ਇਨ ਇੰਡੀਆ, ਜੇ ਕਿਸੇ ਨੂੰ ਤੁਸੀਂ ਇੱਕ ਫਾਦਰ ਬੱਚੇ ਨੂੰ ਪੜ੍ਹਾ ਰਿਹਾ ਵਾ, 100% ਉਸ ਬੱਚੇ ਦਾ ਰਿਸਪੌਂਸ ਐਂਡ ਐਜੂਕੇਸ਼ਨ ਦਾ ਜਿਹੜਾ ਉਹ ਰਿਸੈਪਟਿਵ ਜ਼ਿਆਦਾ ਹੋਊਗਾ ਜੇ ਉਹ ਇੱਕ ਪਿਆਰ ਤੇ ਹਾਰਟ ਦੇ ਵਿੱਚੋਂ ਆ ਰਿਹਾ ਵਾ, ਯੂ ਨੋ। ਐਂਡ ਆਈ ਮੀਨ ਜੇ ਕਿਸੇ ਬੱਚੇ ਦੇ ਕੁੱਟ ਪੈਣ ਲੱਗ ਗਿਆ, ਐਂਡ ਇਸ ਯੂ ਨੋ ਸਾਇੰਟੀਫਿਕਲੀ ਤੁਹਾਡਾ ਦਿਮਾਗ ਬੰਦ ਹੋ ਜਾਂਦਾ ਜਦੋਂ ਤੁਸੀਂ ਸਟ੍ਰੈਸ 'ਚ ਹੁੰਦੇ ਹੋ, ਉਹ ਲਰਨ ਨਹੀਂ ਕਰ ਸਕਦਾ। ਜਦੋਂ ਤੁਸੀਂ ਫੀਅਰ 'ਚ ਹੁੰਦੇ ਹੋ ਤੁਸੀਂ ਲਰਨ ਨਹੀਂ ਕਰ ਸਕਦੇ। ਇਟ ਸਾਇੰਟੀਫਿਕਲੀ ਤੁਹਾਡੇ ਦਿਮਾਗ ਦਾ ਜਿਹੜਾ ਸਟਰਕਚਰ ਹੈ ਇੰਪੋਸੀਬਲ ਆ। ਤੁਸੀਂ ਕਿਸੇ ਨੂੰ ਡਰਾ ਕੇ, ਕਿਸੇ ਨੂੰ ਧਮਕਾ ਕੇ ਉਹ ਤੋਂ ਯੂ ਨੋ ਉਹ ਤੁਹਾਡੀ ਥੋੜਾ ਚਿਰ ਜੋ ਵੀ ਤੁਸੀਂ ਕਹਿੰਦੇ ਹੋ ਕਰ ਸਕਦਾ ਵਾ, ਤੁਹਾਡਾ ਯੂ ਨੋ ਜਿਵੇਂ ਆਪਾਂ ਕਹਿੰਦੇ ਹੁੰਦੇ ਗੁਲਾਮੀ ਕਰ ਸਕਦਾ ਵਾ, ਪਰ ਉਹ ਪਰ ਉਹਦੇ ਦਿਮਾਗ ਤੇ ਤੁਸੀਂ ਕੀ ਇੰਪੈਕਟ ਪਾ ਰਹੇ ਹੋ? ਪਰਵਿੰਦਰ, ਇਨ ਟਰਮਸ ਆਫ ਜਦੋਂ ਤੁਸੀਂ ਨੈਚੁਰਲੀ ਇਹਨਾਂ ਮੁਲਕਾਂ ਦੇ ਮਾਡਰਨ ਟੈਕਨੀਕਸ ਦੇ ਨਾਲ ਥੋੜਾ ਆਪਣੇ ਆਪ ਨੂੰ ਵੀ ਜਿਵੇਂ ਤੁਸੀਂ ਕਿਹਾ ਕਿ ਅਪਸਕਿਲ ਕਰਦੇ ਹੋਏ ਅੰਡਰਸਟੈਂਡ ਕਰਦੇ ਆ, ਬੱਚੇ ਨਾਲ ਸਾਂਝਦਾਰੀ ਜਿਹੜੀ ਵਧਾਉਂਦੇ ਆ, ਉਸ ਦੇ ਵਿੱਚ ਬਹੁਤ ਵਾਰ ਜਿਹੜੀ ਰਿਸਪੌਂਸ ਹੁੰਦਾ ਉਹ ਕਈ ਵਾਰ ਆਪਾਂ ਮਹਿਸੂਸ ਕਰਦੇ ਹਾਂ ਕਿ ਸਾਡੀ ਪਰਵਰਿਸ਼ ਉਸ ਦੇ ਮੁਤਾਬਕ
ਇਹ ਕੋਈ ਇਫੈਕਟਿਵ ਪੇਰੈਂਟਿੰਗ ਦੇ ਨਾਲ ਇਹ ਕੋਈ ਮੇਲ ਨਹੀਂ ਖਾਂਦਾ। ਤਾਂ ਕਈ ਵਾਰ ਤੁਸੀਂ ਸੁਣਦੇ ਆ ਕਈ ਪੇਰੈਂਟਸ ਤੋਂ ਕਿ ਵੀ ਮੈਂ ਕੋਸ਼ਿਸ਼ ਕੀਤੀ ਸੀਗੀ ਬੱਚੇ ਦਾ ਦੋਸਤ ਬਣਨ ਨੂੰ, ਉਹਦੇ ਨਾਲ ਪੁੱਛਣ ਦੇ ਪੱਖੋਂ, ਲੇਕਿਨ ਉਸਨੇ ਮੈਨੂੰ ਮੌਕਾ ਜਾਂ ਐਕਸੈਪਟ ਨਹੀਂ ਕੀਤਾ। ਤੇ ਮੈਂ ਫਿਰ ਕਿਹਾ ਕਿ ਵੀ ਉਹ ਆਪਣੇ ਆਪ ਕਰੀ ਜਾਵੇ ਤੇ ਜਦੋਂ ਜ਼ਰੂਰਤ ਪਈ ਤੇ ਮੈਂ ਉਹਨੂੰ ਸਪੋਰਟ ਕਰ ਦਊਂਗਾ। ਇਹ ਵੀ ਬਹੁਤ ਵਾਰ ਸੁਣਨ ਨੂੰ ਮਿਲਦਾ ਕਿ ਅਸੀਂ ਕੋਸ਼ਿਸ਼ ਕਰਕੇ ਦੇਖਦੇ ਲੇਕਿਨ ਸਾਡੇ ਤੋਂ ਹੋ ਨਹੀਂ ਪਾਇਆ। ਐਗਜ਼ੈਕਟਲੀ ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਤਾਂ ਬਹੁਤ ਹਾਰਡ ਆ ਜੇ ਉਦਾਂ ਦੀ ਪੈਰੈਂਟਿੰਗ ਤੁਹਾਨੂੰ ਨਹੀਂ ਮਿਲੀ ਵੀ, ਐਂਡ ਇਟ ਇਜ਼ ਵੈਰੀ ਹਾਰਡ ਟੂ ਗਿਵ ਦੈਟ। ਜਿਹੜੀ ਲੈਂਗੁਏਜ ਜੇ ਤੁਹਾਨੂੰ ਨਹੀਂ ਆਉਂਦੀ ਕਿ ਇਟ ਇਜ਼ ਸੋ ਹਾਰਡ ਕਿ ਤੁਸੀਂ ਉਹਨੂੰ ਟੀਚ ਵੀ ਕਰ ਸਕੋ, ਰਾਈਟ? ਸੋ ਪਹਿਲਾਂ ਤਾਂ ਇਹ ਜਾਣਨਾ ਜ਼ਰੂਰੀ ਆ। ਸਾਡੇ ਸਾਰਿਆਂ ਦਾ ਥ੍ਰੈਸ਼ਹੋਲਡ ਆ, ਐਂਡ ਸਾਡੇ ਕੋਲ ਲਿਮਿਟਡ ਹੀ ਥ੍ਰੈਸ਼ਹੋਲਡ ਆ। ਅਸੀਂ ਬਹੁਤ ਓਵਰਵੈਲਮ ਹੋ ਜਾਂਦੇ ਬਿਕਾਜ਼ ਅਸੀਂ ਉਸ ਕਲਚਰ, ਉਸ ਪੈਰੈਂਟਿੰਗ ਦੇ ਵਿੱਚ ਆਉਣੇ ਜਿੱਥੇ ਕਿਉਂਕਿ ਅਕਸਰ ਜੇ ਤੁਸੀਂ ਥੋੜੀ ਨਿਊਰੋ ਸਾਇੰਸ ਵੱਲ ਜਾਵੋ ਤਾਂ ਤੁਹਾਡੇ ਨਰਵਸ ਸਿਸਟਮ ਜੋ ਬਚਪਨ ਦੇ ਵਿੱਚ ਤੁਹਾਡੇ ਨਾਲ ਹੋਇਆ, ਜੋ ਮਹਿਸੂਸ ਕੀਤਾ ਤੁਸੀਂ ਬਚਪਨ 'ਚ, ਤੁਹਾਡੇ ਨਰਵਸ ਸਿਸਟਮ ਦੇ ਵਿੱਚ ਉਹ ਜਮਾ ਪਿਆ। ਸ਼ਾਇਦ ਤੁਹਾਨੂੰ ਲੌਜਿਕਲੀ ਯਾਦ ਨਾ ਹੋ ਜਾਵੇ। ਅੱਜ ਜਦੋਂ ਤੁਸੀਂ 5-6 ਸਾਲ ਦੇ ਸੀਗੇ, ਸ਼ਾਇਦ ਤੁਹਾਨੂੰ ਇਹ ਯਾਦ ਨਾ ਹੋਵੇ ਕਿ ਤੁਹਾਡੇ ਮਦਰ ਨੇ ਤੁਹਾਨੂੰ ਕੁੱਟਿਆ ਜਾਂ ਤੁਹਾਡੇ ਮਦਰ ਨੇ ਜਾਂ ਫਾਦਰ ਲੜਦੇ ਪਏ ਸੀ ਤੇ ਤੁਹਾਨੂੰ ਸਟ੍ਰੈਸ ਹੋਈ ਸੀ, ਪਰ ਤੁਹਾਡੇ ਨਰਵਸ ਸਿਸਟਮ ਨੂੰ ਯਾਦ ਆ। ਐਂਡ ਬਿਕਾਜ਼ ਤੁਹਾਡੇ ਨਰਵਸ ਸਿਸਟਮ ਨੂੰ ਯਾਦ ਆ, ਤੁਹਾਨੂੰ ਇਹ ਪਤਾ ਨਹੀਂ ਲੱਗਦਾ ਤੁਸੀਂ ਕਦੋਂ ਫਰਸਟ੍ਰੇਸ਼ਨ ਹੋ ਜਾਂਦੇ ਹੋ। ਨਿੱਕੀ ਜਿਹੀ ਗੱਲ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਹੋਣ ਵਾਲੀ ਵੀ ਨਹੀਂ ਹੁੰਦੀ ਗੁੱਸੇ ਵਾਲੀ, ਪਰ ਤੁਹਾਡਾ ਉਹ ਜਿਹੜਾ ਨਰਵਸ ਸਿਸਟਮ ਆ, ਜਿਹੜਾ ਨਰਵਸ ਸਿਸਟਮ ਦੇ ਵਿੱਚ ਡੈਮੇਜ ਹੋਇਆ ਵਾ, ਉਹ ਜਾਗ ਜਾਂਦਾ ਵਾ, ਰਾਈਟ? ਸੋ ਇਹ ਬੜਾ ਜ਼ਰੂਰੀ ਆ ਕਿ ਅਸੀਂ ਇਹ ਦੇਖੀਏ ਕਿ ਸਾਡੇ 'ਚ ਬਹੁਤ ਥੋੜੀ ਕਪੈਸਿਟੀ ਆ ਕਿਉਂਕਿ ਸਾਨੂੰ ਵੀ ਇਹ ਮਿਲੀ ਵੀ ਨਹੀਂ। ਅਕਸਰ ਮੈਂ ਆਪਦੇ ਬਿਹੇਵੀਅਰ ਵੱਲ ਵੇਖ ਕੇ ਦੱਸੋ ਕਿ ਇਹੀ ਬਿਹੇਵੀਅਰ ਕਿਹਨੇ ਮੇਰੇ ਨਾਲ ਜਦ ਕੀਤਾ। ਜੇ ਮੈਂ ਆਪਦੇ ਬੱਚੇ ਤੇ ਯੈਲ ਕਰ ਰਿਹਾ, ਜੇ ਮੈਂ ਆਪਦੇ ਬੱਚੇ ਨੂੰ ਕ੍ਰਿਟਿਸਾਈਜ਼ ਕਰ ਰਿਹਾ, ਕਿਹਨੇ ਮੇਰੇ ਤੇ ਮੈਂ ਕੀਤਾ? ਐਸ ਬਚਪਨ ਦੇ ਵਿੱਚ ਕਿਹਨੇ ਮੇਰੇ ਤੇ ਕੀਤਾ ਤੇ ਕਿਵੇਂ ਮੈਂ ਲਾਈਨ ਪਾਸ ਕਰ ਰਿਹਾ? ਕਿਉਂਕਿ ਹੁਣ ਜਦੋਂ ਮੇਰਾ ਬੱਚਾ ਹੋਊ, ਇਹਦਾ ਬੱਚਾ ਹੋਊਗਾ, ਇਹਦਾ ਵੀ ਪੈਰੈਂਟਿੰਗ ਸਟਾਈਲ ਇਹੀ ਹੋਊਗਾ ਬਿਕਾਜ਼ ਇਹ ਵੀ ਉਹੀ ਚੀਜ਼ ਦੇ ਸਕਦਾ ਨਾ ਜੋ ਉਹਦੇ ਕੋਲ ਹੈ, ਜੋ ਇਹਨੇ ਮਹਿਸੂਸ ਕੀਤੀ ਵੀ ਹੈ। ਖੁਸ਼ੀ ਪਹਿਲਾਂ ਤੁਹਾਨੂੰ ਆਪ ਨੂੰ ਮਹਿਸੂਸ ਕਰਨੀ ਪੈਂਦੀ ਆ ਤਾਂ ਕਿ ਤੁਸੀਂ ਕਿਸੇ ਨੂੰ ਦੇ ਸਕੋ। ਐਂਡ ਇਸ ਦੇ ਵਿੱਚ ਮੇਰਾ ਅਗਲਾ ਸਵਾਲ ਹੈ ਕਿ ਬਹੁਤ ਵਾਰ ਆਪਾਂ ਪੰਜਾਬੀ ਸਾਡੀ ਪੇਰੈਂਟਿੰਗ ਦੇ ਵਿੱਚ ਮੰਨਿਆ ਜਾਂਦਾ ਕਿ ਪਹਿਲੇ 5-6 ਸਾਲ ਤਾਂ ਨਿਆਣੇ ਨੂੰ ਸੁਰਤੀ ਹੈ ਨਹੀਂ, ਉਹਦੇ ਨਾਲ ਕੀ ਜਿਹੜਾ ਕੁਛ ਅਸੀਂ ਸਾਂਝ ਪਾਉਣੀ ਜਾਂ ਇਸ ਦਾ ਕੋਈ ਇੰਨਾ ਪੇਰੈਂਟਿੰਗ ਦੇ ਪੱਖੋਂ ਮਾਂ ਦੇ ਆਲੇ ਦੁਆਲੇ ਹੀ ਬੱਚੇ ਨੇ ਘੁੰਮਣਾ ਆ, ਲੇਕਿਨ ਉਹ ਤਾਂ ਅਸੀਂ 10-12 ਸਾਲ ਦੇ ਬਾਅਦ ਹੀ ਬਾਪ ਜਿੱਦਾਂ ਫੋਰ ਐਗਜ਼ਾਮਪਲ ਕਹੀਏ ਕਿ ਉਹ ਐਕਟਿਵਲੀ ਇਨਵੋਲਵ ਹੋ ਸਕਦਾ। ਸੋ ਤੁਸੀਂ ਥੋੜਾ ਬਿਕਾਜ਼ ਤੁਸੀਂ ਰੈਜਿਸਟਰਡ ਕਲੀਨਿਕਲ ਕਾਉਂਸਲਰ ਦੇ ਤੌਰ ਤੇ ਸਾਈਕੋਲੋਜਿਸਟ ਪੱਖੋਂ ਪਹਿਲੀ 10 ਕੁ ਸਾਲ ਕਿੰਨੇ ਕੁ ਇੰਪੋਰਟੈਂਟ? ਹਾਂਜੀ, ਦੇਖੋ ਜਿਵੇਂ ਤੁਸੀਂ ਦੇਖੋ ਕਿ ਜਿਵੇਂ ਨਿਊਰੋ ਸਾਇੰਸ ਤੇ ਜਿਹੜਾ ਇੱਕ ਬੱਚੇ ਦਾ ਨਿਊ ਬੋਰਨ ਬੱਚੇ ਦਾ ਦਿਮਾਗ ਹੈ ਨਾ, ਉਹ ਇੰਨਾ ਜ਼ਿਆਦਾ ਡਿਵੈਲਪ ਹੋ ਰਿਹਾ, ਉਹਦੇ ਮਿਲੀਅਨਸ ਨਿਊਰੋਨ ਤੇ ਕਨੈਕਸ਼ਨ ਬਣ ਰਹੇ ਆ ਦਿਮਾਗ ਦੇ ਵਿੱਚ ਉਸ ਏਜ ਤੇ, ਐਂਡ ਤੁਹਾਡੇ ਤੇ ਸਾਡੇ ਬਹੁਤ ਘੱਟ ਬਣ ਰਹੇ ਆ ਦਿਨ ਦੇ। ਉੱਥੇ ਮਿਲੀਅਨਸ ਬਣ ਰਹੇ, ਸਾਡੇ ਤਾਂ ਕੋਈ ਆਈ ਥਿੰਕ 200-400 ਇੰਨੇ ਕੀ ਬਣਦੇ ਦਿਨ ਦੇ। ਐਂਡ ਤੁਸੀਂ ਦੇਖੋ ਕਿ ਛੋਟੇ ਬੱਚੇ ਨੂੰ ਲੈਂਗੁਏਜ ਸਿਖਾਉਣੀ ਕਿੰਨੀ ਸੌਖੀ ਆ ਵੱਡੇ ਇਨਸਾਨ ਨਾਲ। ਤੁਸੀਂ ਆਮ ਦੇਖਿਆ ਕਿ ਛੋਟੇ ਬੱਚੇ ਆਉਂਦੇ ਆ ਇੰਡੀਆ ਤੋਂ ਕੈਨੇਡਾ ਦੇ ਵਿੱਚ, ਉਹ ਲੈਂਗੁਏਜ ਬੜੀ ਛੇਤੀ ਪਿਕ ਕਰਦੇ ਆ, ਐਂਡ ਜਿੰਨੇ ਤੁਸੀਂ ਵੱਡੇ ਹੋਵੋਗੇ ਤੁਹਾਨੂੰ ਲੈਂਗੁਏਜ ਪਿਕ ਕਰਨ 'ਚ ਪ੍ਰੋਬਲਮ ਆਊਗੀ। ਥਿੰਕ ਅਬਾਊਟ ਇਟ, ਜਿਹੜਾ ਛੋਟਾ ਬੱਚਾ ਉਹ এনवायरमेंट ਨੂੰ ਕਿੰਨੀ ਛੇਤੀ ਸੋਕ ਕਰਦਾ ਵਾ ਅਡਲਟ ਦੇ ਨਾਲ। ਸੋ ਜੀ ਹਾਂ, ਸਾਡੇ ਕਲਚਰ ਦੇ ਵਿੱਚ ਮਿੱਥ ਆ ਕਿ ਬੱਚੇ ਕਿਹੜਾ ਬੋਲ ਸਕਦੇ ਕਿਉਂਕਿ ਉਹ ਬੋਲਦੇ ਨਹੀਂ, ਉਹ ਆਪਣੀਆਂ ਭਾਵਨਾਵਾਂ ਨਹੀਂ ਦੱਸਦੇ, ਕਿ ਉਹ ਪ੍ਰੋਪਰ ਲੈਂਗੁਏਜ ਨਹੀਂ ਹੈਗੀ। ਅਸੀਂ ਕਹਿੰਦੇ ਕਿ ਉਹਨਾਂ ਨੂੰ ਕੁਝ ਨਹੀਂ ਹੋ ਰਿਹਾ, ਉਹਨਾਂ ਦੇ ਹੋ ਰਿਹਾ ਵਾ, ਉਹਨਾਂ ਦਾ ਤਾਂ ਉਹਨਾਂ ਦੇ ਬ੍ਰੇਨ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਡਿਵੈਲਪਮੈਂਟ ਉਹਨਾਂ ਦੀ ਹੋ ਰਹੀ ਆ। ਪਹਿਲੇ 3 ਸਾਲ ਤਾਂ ਬਹੁਤ ਜ਼ਿਆਦਾ ਤੁਸੀਂ ਆਮ ਦੇਖਿਆ, ਜਿਹੜਾ ਬੱਚੇ ਦਾ ਸਿਰ ਆ ਉਹ ਕੁਛ ਏਜ ਤੱਕ ਹੀ ਵੱਡਾ ਹੁੰਦਾ, ਉਦੋਂ ਬਾਅਦ ਰੁਕ ਜਾਂਦਾ ਉਹਦੀ ਡਿਵੈਲਪਮੈਂਟ, ਰਾਈਟ? ਵੈਰੀ ਇੰਟਰਸਟਿੰਗ। ਉਦੋਂ ਸਭ ਤੋਂ ਜ਼ਿਆਦਾ ਵਾ ਜਿੰਨਾ ਛੋਟਾ ਬੱਚਾ, ਉਹ ਤਾਂ ਹੁਣ ਤਾਂ ਇਹ ਵੀ ਸਟੱਡੀਜ਼ ਆਈਆਂ ਕਿ ਜਦੋਂ ਇੱਕ ਮਾਂ ਪ੍ਰੈਗਨੈਂਟ ਆ ਉਦੋਂ ਵੀ ਉਹ ਬੱਚੇ ਦੀ ਜਿਹੜੀ ਡਿਵੈਲਪਮੈਂਟ ਆ, ਜਿਹੜੀ ਉਹਦੀ, ਕਿਉਂਕਿ ਬੱਚੇ ਦਾ ਜਿਹੜਾ ਬ੍ਰੇਨ ਆ ਉਹ ਬਾਹਰ ਆ ਕੇ ਡਿਵੈਲਪ ਹੁੰਦਾ। ਉਹ ਜਿਹੜਾ ਸਾਊਂਡ ਤੁਸੀਂ ਸੁਣਦੇ ਹੋ, ਜਿਹੜਾ ਤੁਸੀਂ ਮਿਊਜ਼ਿਕ ਸੁਣਦੇ ਹੋ, ਜਿਹੜੇ ਲੋਕਾਂ ਦੇ ਆਲੇ ਦੁਆਲੇ ਤੁਸੀਂ ਬਹਿੰਦੇ ਹੋ, ਉਹ ਵੀ ਬੱਚੇ ਨੂੰ ਪ੍ਰਭਾਵਿਤ ਕਰਦਾ ਵਾ। ਹਾਲੇ ਕਿ
ਜਦੋਂ ਇੱਕ ਪ੍ਰੈਗਨੈਂਟ ਲੇਡੀ ਵੀ ਹੁੰਦੀ ਹੈ ਜਿੰਨਾ ਅਸੀਂ ਛੋਟੇ ਇਸ ਐਗਜ਼ਾਮਪਲ ਨੂੰ ਤੁਸੀਂ ਇਦਾਂ ਹੀ ਲੈ ਸਕਦੇ ਹੋ ਫॉर ਐਗਜ਼ਾਮਪਲ ਜਦੋਂ ਤੁਸੀਂ ਸਿਟੀ ਬਣਾਉਣੀ ਇੱਕ ਸ਼ਹਿਰ ਬਣਾਉਣਾ ਤੁਸੀਂ ਪਹਿਲਾਂ ਉਹਦਾ ਨਕਸ਼ਾ ਬਣਾਓਗੇ ਜਾਂ ਉਹਦੇ ਬਣੇ ਤੋਂ ਬਣਾਓਗੇ ਨਕਸ਼ਾ ਜੀ 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 ਨਾਲ ਦੇ ਨਾਲ ਕੁਲਵਿੰਦਰ ਇੱਕ ਆਪਾਂ ਆਪਣੀ এনवायरमेंट ਵੱਲ ਦੇਖੀਏ ਕਿ ਬਹੁਤ ਵਾਰ ਬੱਚੇ ਵੀ ਕਹਿੰਦੇ ਨੇ ਕਿ ਅਸੀਂ ਦੋ ਦੁਨੀਆ ਦੇ ਵਿੱਚ ਜੀ ਰਹੇ ਵੀ ਲਿਵ ਇਨ ਟੂ ਵਰਲਡਸ ਕਿ ਘਰ ਦੀ ਜਿਹੜੀ ਸਾਡੀ ਪੰਜਾਬ ਦੀ ਤਾਣਾ ਬਾਣਾ ਆ ਤੇ ਇੱਕ ਬਾਹਰ ਜਿਹੜਾ ਵਰਲਡ ਆ ਕਿ ਅਸੀਂ ਡੋਰ ਆਊਟਸਾਈਡ ਜਾਂਦੇ ਹਾਂ ਤਾਂ ਬੜਾ ਵੱਖਰਾ ਵਰਲਡ ਹੈ ਲੇਕਿਨ ਘਰ ਦੇ ਵਿੱਚ ਆ ਕੇ पेरेंटिंग दे पक्षों आपां इहदे उत्ते नैचुरली तुहाडा व्यू पॉइंट चाहांगे कि इन द वैस्ट इट्स वेरी नॉर्मल कि साडियां कदरां कीमतां विदिन द हाउस होल्ड बीइंग अ पंजाबी एज अ कलैक्टिविस्ट आपां जिहड़ी सोसाइटी तो आए हो जिस ते डिसीजन मेकिंग एज अ जॉइंटली ते फीडबैक तो लैके इंटरैक्शन भी बड़ा हैगा उस वर्ल्ड दे विच व्हाट आर द बेस्ट टेक्निक्स ਜਿਹੜੀਆਂ पेरेंटिंग ਦੇ ਤੌਰ ਤੇ ਤੁਹਾਡੇ ਲਈ ਸਹਾਈ ਹੋ ਜਾਂਦੇ ਕਿਉਂਕਿ ਇਹ ਇੱਕ ਕਹਿ ਸਕਦੇ ਸਟ੍ਰੈਸ ਦਾ ਵੀ ਕਾਰਨ ਹੋ ਜਾਂਦਾ ਕਿ ਬੱਚਿਆਂ ਦੇ ਲਈ ਕਿ ਉਹ ਇਸ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਿਹਾ ਮੇਰੇ ਘਰ ਦੇ ਅੰਦਰ ਦੀ এনवायरमेंट ਤੇ ਬਾਹਰ ਦੀ ਜਿਹੜੀ ਮੇਰੇ ਫਰੈਂਡ ਦੇ ਨਾਲ ਜਿਹੜੀ ਸੈਟਅਪ ਕੀ ਕਹੋਗੇ ਇਹਦੇ ਬਾਰੇ so and again easier to say but very hard to do ਜੀ so ਜੇ ਅਸੀਂ ਆਪਦਾ ਜਿਹੜਾ ਘਰ ਦਾ এনवायरमेंट ਆ ਵੀ ਕਿ ਸਾਡੇ ਬੱਚਿਆਂ ਲਈ ਉਹੀ ਦੁਨੀਆ ਹੁੰਦੀ ਹੈ ਫਰਸਟ ਆਫ ਆਲ ਜੇ ਤੁਹਾਡੇ ਘਰ ਦੇ ਵਿੱਚ ਜੋ ਹੋ ਰਿਹਾ ਤੁਹਾਡਾ ਬੱਚਾ ਬਾਹਰ ਜਾ ਕੇ ਦੁਨੀਆ 'ਚ ਉਹੀ ਪ੍ਰੋਜੈਕਟ ਕਰੂਗਾ ਜੇ ਤੁਹਾਡੇ ਘਰ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਲੜਾਈ ਹੋ ਰਹੀ ਆ ਤੇ ਤੁਹਾਡਾ ਬੱਚਾ ਬਾਹਰ ਜਾ ਕੇ ਵੀ ਉਹਨਾਂ ਰਿਸ਼ਤਿਆਂ 'ਚ ਇਨਵੋਲਵ ਹੋਊਗਾ ਜਿੱਥੇ ਲੜਾਈ ਜ਼ਿਆਦਾ ਬਿਕਾਜ਼ ਉਹਦੇ ਲਈ ਨਾਰਮਲ ਆ ਉਹਦੀ ਤੁਹਾਨੂੰ ਏਦਾਂ ਲੋਕੀ ਲੜਦੇ ਏਦਾਂ ਜੇ ਤੁਸੀਂ ਘਰ ਦੇ ਵਿੱਚ ਬੱਚੇ ਨੂੰ ਸਪੈਂਕ ਕਰ ਰਹੇ ਹੋ ਤੇ ਬਾਹਰ ਜਾ ਕੇ ਬੱਚਾ ਜਾਂ ਕਿਸੇ ਨੂੰ ਕੁੱਟ ਸਕਦਾ ਤੇ ਜਾਂ ਕਿਸੇ ਤੋਂ ਕੁੱਟ ਖਾ ਸਕਦਾ ਕਿਉਂਕਿ ਨਾਰਮਲ ਲੋਕੀ ਲੜਦੇ ਨੇ ਲੋਕੀ ਫਿਜ਼ੀਕਲੀ ਤੁਹਾਨੂੰ ਹਰਟ ਕਰ ਸਕਦੇ ਨੇ ਉਹ ਹੀ ਸਿੱਖ ਲੈਂਦੇ ਨੇ ਰਾਈਟ ਸੋ ਸਾਡੇ ਘਰ ਦੇ ਵਿੱਚ ਸਾਡਾ এনवायरमेंट ਨॉन ਸਟ੍ਰੈਸਡ ਹੋਵੇ ਐਂਡ ਜਿਵੇਂ ਮੈਂ ਕਿਹਾ ਕਹਿਣਾ ਸੌਖਾ ਕਰਨਾ ਬਹੁਤ ਔਖਾ ਬਿਕਾਜ਼ ਅਸੀਂ ਇੱਕ ਬਾਕਸ ਅਸੀਂ ਕਲਚਰ ਦਾ ਹਿੱਸਾ ਹਾਂ ਕਿਉਂਕਿ ਘਰ ਦੇ ਵਿੱਚ ਅਸੀਂ ਕਿੰਨੇ ਜਾਣੇ ਰਹਿੰਦੇ ਹਾਂ ਤੇ ਹਰੇਕ ਦਾ ਸਟ੍ਰੈਸ ਪੁਆਇੰਟ ਤੁਸੀਂ ਕਿਵੇਂ ਮੈਨੇਜ ਕਰੋਗੇ ਇਟਸ ਹਾਰਡ ਐਂਡ ਪਰ ਅਸੀਂ ਇੱਕ ਜਿਹੜੇ ਪੇਰੈਂਟ ਆ ਜਿਹੜੇ ਕਲਚਰ ਦੇ ਵਿੱਚ ਜਿਸ ਘਰ ਦੇ ਵਿੱਚੋਂ ਉਹ ਆਈ ਆ ਉਸ ਘਰ ਦੇ ਵਿੱਚ ਵੀ ਐਵੇਂ ਲੜਾਈਆਂ ਸੀ ਕਿਉਂਕਿ ਅਸੀਂ ਕਲੈਕਟਿਵ ਐਜ਼ ਅ ਫੈਮਿਲੀ ਰਹਿੰਦੇ ਹਾਂ ਤੇ ਉਹਨਾਂ ਲੋਕਾਂ ਦੇ ਵਿੱਚ ਡਿਸਕਸ਼ਨ ਜਾਂ ਕਮਿਊਨੀਕੇਸ਼ਨ ਨਹੀਂ ਹੈਲਥੀ ਆਉਂਦੀ ਸਾਨੂੰ ਸਾਡੇ ਰਿਸ਼ਤੇ ਹੈਲਥੀ ਨਹੀਂ ਹੈਗੇ ਅਸੀਂ ਰਹਿ ਰਹੇ ਹਾਂ ਜ਼ਰੂਰ ਪਰ ਰਿਸ਼ਤੇ ਅਸੀਂ ਹੈਲਥੀ ਨਹੀਂ ਸਿੱਖਦੇ ਸੋ ਸਾਡੇ ਘਰ ਦਾ ਜਿਹੜਾ এনवायरमेंट ਔਰ ਨॉन ਸਟ੍ਰੈਸਡ ਕਿਵੇਂ ਬਣਦਾ ਕਿ ਜਦੋਂ ਸਾਡੇ ਰਿਸ਼ਤਿਆਂ ਦੇ ਵਿੱਚ ਸੇਫਟੀ ਹੋਵੇ ਜਦੋਂ ਸਾਡੇ ਰਿਸ਼ਤਿਆਂ ਦੇ ਵਿੱਚ ਇੱਕ ਕਮਿਊਨੀਕੇਸ਼ਨ ਜੜਾਵ ਹੋਵੇ ਜਿਹੜਾ ਕਿ ਮੈਂ ਅਕਸਰ ਕਹਿੰਦੀ ਹੁੰਦੀ ਹਾਂ ਜਿਵੇਂ ਅਸੀਂ ਡਾਕਟਰ ਦੇ ਜਾਂਦੇ ਹਾਂ ਆਪਣੀ ਦਵਾਈ ਲੈਣ ਫਿਜ਼ੀਕਲ ਪ੍ਰੋਬਲਮ ਹੋਣ ਤੇ ਸਾਨੂੰ ਕਿਸੇ ਨੂੰ ਦੱਸਣਾ ਨਹੀਂ ਪੈਂਦਾ ਉਵੇਂ ਹੀ ਜਦੋਂ ਅਸੀਂ ਕਾਉਂਸਲਿੰਗ ਦੇ ਜਾਈਏ ਜਦੋਂ ਸਾਡੇ ਰਿਸ਼ਤੇ ਠੀਕ ਨੇ ਜਦੋਂ ਸਾਡੇ ਘਰ ਦਾ এনवायरमेंट ਸਟ੍ਰੈਸ ਆ ਅਸੀਂ ਜਿਵੇਂ ਆਪਦੇ ਸਰੀਰ ਦੇ ਫਿਜ਼ੀਕਲ ਤੁਹਾਡੇ ਕੋਈ ਜ਼ਖਮ ਹੋ ਜਾਂਦਾ ਤੇ ਤੁਸੀਂ ਡਾਕਟਰ ਕੋਲ ਜਾਂਦੇ ਹੋ ਜਦੋਂ ਤੁਹਾਡੇ ਰਿਸ਼ਤਿਆਂ ਦੇ ਵਿੱਚ ਪ੍ਰੋਬਲਮ ਹੈ ਇਹਦਾ ਮਤਲਬ ਮਾਨਸਿਕ ਜ਼ਖਮ ਨਹੀਂ ਤੁਹਾਡੇ ਵੀ ਤੇ ਦੂਸਰੀ ਪਾਰਟੀ ਦੇ ਵੀ ਜਦੋਂ ਤੁਸੀਂ ਕਿਸੇ ਦੇ ਜ਼ਖਮ ਛੇੜਦੇ ਸਾਨੂੰ ਸਾਰਿਆਂ ਨੂੰ ਪਤਾ ਸਾਡੀਆਂ ਚੀਕਾਂ ਨਿਕਲਦੀਆਂ ਸਾਨੂੰ ਦਰਦ ਹੁੰਦਾ ਸਾਨੂੰ ਗੁੱਸਾ ਹੁੰਦਾ ਰਾਈਟ ਸੋ ਉਨੀ ਛੇਤੀ ਤੁਸੀਂ ਕਾਉਂਸਲਿੰਗ ਜਾਂ ਤੁਸੀਂ ਮਾਨਸਿਕ ਮਦਦ ਮੰਗੋ ਤਾਂ ਜੋ ਜਿਹੜਾ এনवायरमेंट ਆ ਤੁਸੀਂ ਆਪਣੇ ਬੱਚਿਆਂ ਦਾ ਉਹ ਥੋੜਾ ਸਟ੍ਰੈਸ ਫ੍ਰੀ ਰੱਖ ਸਕੋ ਕਿਉਂਕਿ ਜਦੋਂ এনवायरमेंट ਸਟ੍ਰੈਸ ਫ੍ਰੀ ਹੋਗਾ ਤੁਹਾਡੇ ਬੱਚੇ ਜਨਰਲੀ ਨੈਚੁਰਲੀ ਕੇਪੇਬਲ ਬਣਨਗੇ ਨੈਚੁਰਲੀ ਜਿਹੜਾ ਉਹਨਾਂ ਦਾ ਜਿਹੜਾ ਲੌਜਿਕ ਪਾਰਟ ਆਫ ਦਾ ਬ੍ਰੇਨ ਉਹ ਜ਼ਿਆਦਾ ਕੰਮ ਕਰੂਗਾ ਉਹ ਜਿਹੜਾ এনवायरमेंट ਆ ਉਹ ਇੱਕ ਉਹਨਾਂ ਦਾ ਜਿਹੜਾ ਨਕਸ਼ਾ ਬਣੂਗਾ ਬਹੁਤ ਵਧੀਆ ਬਣੂਗਾ ਉਹ ਇੱਕ ਪੋਜ਼ਿਟਿਵ ਨਕਸ਼ਾ ਬਣੂਗਾ ਪਰ ਉਸ ਤੋਂ ਬਾਅਦ ਸਾਨੂੰ ਅਸੀਂ ਘਰ ਦੇ ਵਿੱਚ ਕਿਵੇਂ এনवायरमेंट ਦੇ ਵਿੱਚ ਵਿਚਰਦੇ ਹਾਂ ਜੇ ਸਾਡਾ ਹੀ ਜੀ ਨਹੀਂ ਕਰ ਰਿਹਾ ਕਿ ਅਸੀਂ ਘਰ ਦੇ ਵਿੱਚ ਜਾਣਾ ਥਿੰਕ ਅਬਾਊਟ ਇਟ ਤੁਸੀਂ ਕੰਮ ਤੋਂ ਹਟਦੇ ਹੋ ਡੂ ਯੂ ਵਾਂਟ ਟੂ ਗੋ ਕਿ ਤੁਸੀਂ ਆਪਣੇ ਘਰੇ ਜਾਓ ਜਾਂ ਤੁਸੀਂ ਨਹੀਂ ਜਾਣਾ ਚਾਹੁੰਦੇ ਐਂਡ ਤੁਹਾਡਾ ਬੱਚਾ ਉਸ ਹਵਾ ਦੇ ਵਿੱਚ ਸਾਹ ਲੈ ਰਿਹਾ ਵਾ ਜੇ ਤੁਸੀਂ ਨਹੀਂ ਜਾਣਾ ਮੰਗਦੇ ਉਸ ਘਰ ਦੇ ਵਿੱਚ ਚਾਂਸਸ ਆ ਤੁਹਾਡਾ ਬੱਚਾ ਵੀ ਉੱਥੇ ਰਹਿਣਾ ਨਹੀਂ ਮੰਗਦਾ ਹੋਊਗਾ very valid points ਇਸ ਨੂੰ ਪ੍ਰੋਗਰੈਸ ਕਰਦਿਆਂ ਬਹੁਤ ਵਾਰ ਸੁਣਦੇ ਆ ਅਸੀਂ ਕਮਿਊਨਿਟੀ ਦੇ ਵਿੱਚ ਕਿ ਬਈ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਆਪਣੇ ਬੱਚਿਆਂ ਦਾ ਵਧੀਆ ਦੋਸਤ ਬਣ ਕੇ ਉਹਨਾਂ ਦੀ ਪਰਵਰਿਸ਼ ਦੇ ਵਿੱਚ ਸਹਾਈ ਹੋਵਾਂ ਤਾਂ ਕਿ ਕਮਿਊਨੀਕੇਸ਼ਨ ਜਿਹੜਾ ਆ ਉਹ ਓਪਨ ਰਹੇ ਕਿ ਬੱਚਾ ਮੇਰੇ ਨਾਲ ਕੋਈ ਵੀ ਗੱਲ ਸਾਂਝੀ ਕਰ ਸਕੇ ਤੇ ਉਹ
ਇਸ ਦੇ ਵਿੱਚ ਕੰਫਰਟੇਬਲ ਮਹਿਸੂਸ ਕਰੇ। ਇਹ ਬਹੁਤ ਵਾਰ ਸੁਣਨ ਦੇ ਵਿੱਚ ਆਉਂਦਾ, ਲੇਕਿਨ ਇਹ ਕਿਵੇਂ ਪੂਰਾ ਹੋਊਗਾ ਇਸ ਨੂੰ ਲੈ ਕੇ ਬਹੁਤ ਫਿਰ ਸਵਾਲ ਆ ਜਾਂਦੇ ਕਿ ਇਹ ਕਿੱਦਾਂ ਇਹ ਜਿਹੜਾ ਅਚੀਵ ਕੀਤਾ ਜਾ ਸਕਦਾ। ਸੋ ਮੈਂ ਨੈਚੁਰਲੀ ਤੁਹਾਡੇ ਤੋਂ ਇਹ ਸਵਾਲ ਹੈ ਕਿ ਇਹ ਇਸ ਸਟੇਜ ਤੱਕ ਕਿਵੇਂ ਆਇਆ ਜਾ ਸਕਦਾ। ਸੋ ਦੇਖੋ ਜੇ ਤੁਸੀਂ ਕਿਸੇ ਦੀ ਐਗਜ਼ਾਮਪਲ ਦੇ ਤੌਰ ਤੇ ਜੇ ਤੁਸੀਂ ਕਿਸੇ ਦੀ ਫਿਜ਼ੀਕਲੀ ਟੇਕ ਕੇਅਰ ਕਰਨੀ ਆ ਤੇ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਤੁਹਾਡੀ ਆਪਣੀ ਸਿਹਤ ਠੀਕ ਹੋਵੇ, ਤੁਸੀਂ ਆਪ ਫਿਜ਼ੀਕਲੀ ਕੈਪੇਬਲ ਹੋਵੋ ਤਾਂ ਜੋ ਤੁਸੀਂ ਕਿਸੇ ਦੀ ਟੇਕ ਕੇਅਰ ਕਰ ਸਕਦੇ ਹੋ। ਸੋ ਜੇ ਤੁਸੀਂ ਕਿਸੇ ਦੀ ਮਾਨਸਿਕ ਦੀ ਟੇਕ ਕੇਅਰ ਕਰਨੀ ਆ ਇਹ ਬੜਾ ਜ਼ਰੂਰੀ ਹੈ ਕਿ ਤੁਹਾਡੀ ਆਪ ਦੀ ਮਾਨਸਿਕ ਸਿਹਤ ਕਿੱਦਾਂ। ਸੋ ਸਟਾਰਟ ਕਰੋ ਤੁਸੀਂ ਆਪਣੀ ਮਾਨਸਿਕ ਸਿਹਤ ਤੋਂ, ਤੁਹਾਡੇ ਸਟ੍ਰੈਸ ਲੈਵਲਸ ਐਂਡ ਹਾਈਲੀ ਰეკਮੈਂਡ ਕਰੂੰਗੀ। ਆਈ ਨੋ ਕਿ ਹਜੇ ਸਾਡਾ ਕਲਚਰ ਬਹੁਤ ਲੋਕ ਹੁਣ ਓਪਨ ਹੋ ਰਹੇ ਆ ਰਹੇ ਕਾਉਂਸਲਿੰਗ ਦੇ, ਪਰ ਅਸੀਂ ਉਹਨਾਂ 'ਚ ਇੱਕ ਵਿਸ਼ਵਾਸ ਨਹੀਂ ਕਰਦੇ ਬਿਕਾਜ਼ ਅਸੀਂ ਸੋਚਦੇ ਗੱਲਾਂ ਬਾਤਾਂ ਨਾਲ ਕੁਛ ਨਹੀਂ ਬਦਲ ਸਕਦਾ। ਸਾਨੂੰ ਤਾਂ ਕੋਈ ਚੀਜ਼ ਚਾਹੀਦੀ ਜਿਹੜੀ ਅਸੀਂ ਖਾਈਏ ਤੇ ਠੀਕ ਹੋ ਜਾਈਏ। ਸੋ ਸਾਨੂੰ ਏਦਾਂ ਦੀ ਰੈਮੇਡੀਜ਼ ਚਾਹੀਦੀਆਂ, ਪਰ ਜੇ ਤੁਸੀਂ ਫਰਸਟ ਤੁਹਾਡਾ ਸਟੈਪ ਆ ਕਿ ਜਦੋਂ ਤੁਹਾਡੇ ਘਰ ਦੇ ਇਨਵਾਇਰਮੈਂਟ ਦੇ ਵਿੱਚ ਆ ਕਿ ਤੁਸੀਂ ਕਾਉਂਸਲਿੰਗ ਹੈਲਪ ਲਵੋ, ਤੁਸੀਂ ਆਪਦੀ ਮਾਨਸਿਕ ਵਾਸਤੇ ਵੀ ਉਨੇ ਹੀ ਹੈਲਪ ਲਵੋ ਜਿਵੇਂ ਤੁਸੀਂ ਸਰੀਰ ਵਾਸਤੇ ਲੈਂਦੇ ਹੋ। ਜਿਵੇਂ ਤੁਸੀਂ ਫਿਜ਼ੀਕਲ ਵਾਸਤੇ ਡਾਕਟਰ ਲਈ ਲੇਜ਼ੀ ਨਹੀਂ ਹੁੰਦੇ ਤੇ ਤੁਸੀਂ ਆਪਦੀ ਮੈਂਟਲ ਹੈਲਥ ਵਾਸਤੇ ਵੀ ਲੇਜ਼ੀ ਨਾ ਹੋਵੋਗੇ, ਕਿਉਂਕਿ ਜਦੋਂ ਤੁਹਾਡੀ ਮੈਂਟਲ ਹੈਲਥ ਠੀਕ ਹੋਗੀ ਨਾ ਤਾਂ ਤੁਹਾਡੇ ਬੱਚੇ ਦੀ ਨੈਚੁਰਲੀ ਮੈਂਟਲ ਹੈਲਥ ਠੀਕ ਹੋ, ਬਿਕਾਜ਼ ਉਹ ਇੱਕ ਕਿਸੇ ਉਸ ਇਨਸਾਨ ਦੀ ਮੌਜੂਦਗੀ 'ਚ ਹੈ ਜੋ ਸਟੇਬਲ ਹੈ ਮੈਂਟਲੀ। ਪਰ ਜੇ ਹਜੇ ਸਾਨੂੰ ਨਹੀਂ, ਤੁਸੀਂ ਆਮ ਦੇਖ ਲਓ ਕਿ ਅਸੀਂ ਆਪਣੇ ਬੱਚੇ ਤੇ ਅਸੀਂ ਆਪਦੇ ਤੇ ਕਦੋਂ ਦੁੱਖ ਡੋਲਦੇ ਹਾਂ, ਜਦੋਂ ਅਸੀਂ ਫਰਸਟ੍ਰੇਟਡ ਹੋਈਏ, ਜਦੋਂ ਅਸੀਂ ਐਂਗਰੀ ਹੋਈਏ, ਜਦੋਂ ਅਸੀਂ ਗੁੱਸੇ 'ਚ ਹੋਈਏ, ਜਦੋਂ ਅਸੀਂ ਹਰਟ ਹੋਈਏ, ਜਦੋਂ ਅਸੀਂ ਦੁੱਖ ਹੋਈਏ। ਤੇ ਜੇ ਇਹ ਸਟੇਟਸ ਸਾਨੂੰ ਆਪਦੇ ਆਪ ਤੇ ਸਾਹਮਣੇ ਆ ਜਾਣ, ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਇਗਨੋਰ ਕਰਨੀਆਂ ਜਾਂ ਇਗਨੋਰ ਵੀ ਕਰਨੀਆਂ ਸੀ, ਕਿਉਂਕਿ ਇੱਕ ਇਨਸਾਨੀਅਤ ਦਾ ਇੱਕ ਇਨਸਾਨ ਹੋਣ ਦੇ ਅਨੁਭਵ ਆ ਜਿਹੜੇ ਸਾਨੂੰ ਮਹਿਸੂਸ ਕਰਨੇ ਪੈਂਦੇ ਆ। ਸੋ ਅਸੀਂ ਇਹਨਾਂ ਨੂੰ ਆਪਦੇ ਆਪ ਨੂੰ ਮੈਨੇਜ ਕਿਵੇਂ ਕਰ ਸਕੀਏ ਤਾਂ ਜੋ ਇਹਦੇ ਵਿੱਚੋਂ ਜਿਹੜਾ ਦੁੱਖ ਉਹ ਸਾਡੇ ਬੱਚੇ ਤੇ ਨਾ ਡੁੱਲ ਸਕੇ। ਐਂਡ ਐਜ਼ ਅ ਰਿਜ਼ਲਟ ਤੁਹਾਡਾ ਬੱਚਾ ਤੁਹਾਡੇ ਤੋਂ ਸਿੱਖੂਗਾ ਕਿ ਐਂਗਰ ਕਿਵੇਂ ਮੈਨੇਜ ਕਰੀਦੀ ਆ, ਗੁੱਸਾ ਕਿਵੇਂ ਮੈਨੇਜ ਕਰੀਦਾ, ਹਰਟ ਕਿਵੇਂ ਮੈਨੇਜ ਕਰੀਦੀ ਆ, ਫਰਸਟ੍ਰੇਸ਼ਨ ਕਿਵੇਂ ਮੈਨੇਜ ਕਰੀਦੀ ਆ, ਡਿਸਅਪੁਆਇੰਟਮੈਂਟ ਕਿਵੇਂ ਮੈਨੇਜ ਕਰੀਦੀ ਆ, ਗਿਲਟ ਜਦੋਂ ਆ ਜਾਵੇ ਕਿਵੇਂ ਮੈਨੇਜ ਕਰੀਦੀ ਆ, ਜਦੋਂ ਅਸੀਂ ਮੈਨੇਜ ਕरें। ਐਂਡ ਅਸੀਂ ਕਿਵੇਂ ਮੈਨੇਜ ਕਰਾਂਗੇ ਕਿ ਸਾਨੂੰ ਮਦਦ ਚਾਹੀਦੀ ਉਹਨਾਂ ਚੀਜ਼ਾਂ ਦੀ, ਬਿਕਾਜ਼ ਅਸੀਂ ਸਿੱਖਿਆ ਨਹੀਂ। ਇੱਕ ਲੈਂਗੁਏਜ ਦੀ ਤਰ੍ਹਾਂ ਤੁਸੀਂ ਸਿੱਖਣ ਜਾਓਗੇ ਇਹ ਲੈਂਗੁਏਜ, ਕਿਉਂਕਿ ਹੁਣ ਤੱਕ ਤਾਂ ਅਸੀਂ ਆਪਦੀ ਕੋਸ਼ਿਸ਼ ਕਰਦੇ ਆ ਰਹੇ ਹਾਂ ਕਿ ਆਪਦੇ ਹਿਸਾਬ ਨਾਲ ਚੀਜ਼ਾਂ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜੀ ਸਾਨੂੰ ਪਤਾ ਲੱਗ ਰਿਹਾ ਕਿ ਇਹਦੇ ਨਾਲ ਠੀਕ ਨਹੀਂ ਹੋ ਰਹੇ, ਜ਼ਿਆਦਾ ਖਰਾਬ ਹੋ ਰਹੇ ਸਾਡੇ। ਪਲਵਿੰਦਰ ਬਹੁਤ ਵਧੀਆ ਲੱਗਾ। ਆਈ ਥਿੰਕ ਫਰਸਟ ਸੈਸ਼ਨ ਜਿਹੜਾ ਤਕਰੀਬਨ ਓਵਰ ਹਾਫ ਐਨ ਆਵਰ ਦੇ ਕਰੀਬ ਆਪਾਂ ਬੜੀ ਵੈਲਿਊਬਲ ਇਹ ਸਟਾਰਟਿੰਗ ਡਿਸਕਸ਼ਨ ਕੀਤੀ ਹੈ, ਜਿਸ ਦੇ ਵਿੱਚ ਫਰੋਮ ਹੇਅਰ ਔਨ ਅਸੀਂ ਨੈਚੁਰਲੀ ਟੌਪਿਕਸ ਬਹੁਤ ਹੈਗੇ ਆ ਆਪਣੇ ਜਿਹੜੇ ਤੁਹਾਡੇ ਅੰਬਰੈਲਾ ਦੇ ਥੱਲੇ ਆਉਂਦੇ ਆ। ਸੋ I think for the first session ਆਪਾਂ ਉਹ ਕਹਿੰਦੇ ਹੁੰਦੇ ਜ਼ਿਆਦਾ ਵੀ ਹਾਰਡ ਸਟੱਫ ਸਾਰਿਆਂ ਨੂੰ ਇੱਕਦਮ ਨਾ ਦੇ ਦਈਏ, ਸੋ they can actually chew on ਜੋ ਤੁਸੀਂ ਸੁਜੈਸਟ ਕੀਤਾ। very quickly ਜੇ ਕੋਈ ਤੁਹਾਡੇ ਨਾਲ in touch ਹੋਣਾ ਚਾਹੁੰਦਾ from New Zealand in regards to this, ਕੋਈ feedback ਦੇਣਾ ਚਾਹੁੰਦਾ, ਤੁਸੀਂ ਆਪਣੇ ਵੈਬਸਾਈਟ ਦਾ ਐਡਰੈਸ ਤੇ ਤੁਹਾਡੇ ਨੈਚੁਰਲੀ ਸਰੀ ਦੇ ਵਿੱਚ ਤੁਸੀਂ ਬੇਸਡ ਹੈਗੇ ਆ ਕੈਨੇਡਾ, ਜਸਟ ਰਿਪੀਟ ਦੈਟ ਅਗੇਨ, ਤੁਸੀਂ ਆਪਣਾ ਫੇਸਬੁੱਕ ਦਾ ਐਡਰੈਸ ਦੱਸਣਾ ਚਾਹੋਗੇ? ਜੀ ਹਾਂ, ਸੋ ਸਾਡਾ ਫੇਸਬੁੱਕ ਦਾ ਪੇਜ ਹੈਗਾ ਪਲਵਿੰਦਰ ਗਿੱਲ ਪੇਜ, ਜਿਹੜਾ ਕਿ ਉਹਦੇ ਰਾਹੀਂ ਤੁਸੀਂ ਕਨੈਕਟ ਕਰ ਸਕਦੇ ਹੋ। ਅਸੀਂ ਉੱਥੇ ਕਾਫੀ ਮੈਂਟਲ ਹੈਲਥ ਦੀਆਂ ਵੀਡੀਓਜ਼ ਪੈਂਟਿੰਗ ਦੀਆਂ ਵੀ ਵੀਡੀਓਜ਼ ਪਾਈ ਦੀਆਂ ਜਿਹੜੀਆਂ ਕਿ ਤੁਸੀਂ ਐਕਸੈਸ ਕਰ ਸਕਦੇ ਹੋ, ਫ੍ਰੀ ਇਨਫੋਰਮੇਸ਼ਨ ਐਕਸੈਸ ਕਰ ਸਕਦੇ ਹੋ। ਬਾਕੀ ਥੈਂਕ ਯੂ ਸੋ ਮਚ Tej for having me. It's been a pleasure. And we'll continue to meet. Yes, I think ਪਲਵਿੰਦਰ ਇੱਕ ਚੀਜ਼ ਤਾਂ ਇੰਟਰਨੈਟ ਨੇ ਜ਼ਰੂਰ ਪ੍ਰੂਵ ਕਰ ਦਿੱਤੀ ਆ ਕਿ ਰਿਸੋਰਸ ਸਾਡੀ ਕਮਿਊਨਿਟੀ ਦੇ ਵਿੱਚ ਦੁਨੀਆ 'ਚ ਕਿਤੇ ਵੀ ਹੋਵੇ, ਥਰੂ ਟੈਕਨੋਲੋਜੀ ਵੀ ਏਬਲ ਟੂ ਹਾਰਨੈਸ ਦਿਸ। ਪਰ ਤੁਹਾਡੇ ਵਰਗੇ ਚੰਗੇ ਇਨਸਾਨ ਜਿਹੜੇ ਜਦੋਂ ਵੋਲੰਟੀਅਰ ਕਰਦੇ ਆ ਟੂ ਹੈਲਪ ਆਊਟ ਪੀਪਲ ਔਨ ਦੀ ਅਦਰ ਸਾਈਡ ਆਫ ਦ ਪਲੈਨਟ, ਸਾਡਾ ਵੀ ਮਾਣ ਵੱਧਦਾ, ਨਾਲ ਦੇ ਨਾਲ ਸਾਨੂੰ ਵੀ ਬਹੁਤ ਵਧੀਆ ਲੱਗਦਾ ਕਿ ਤੁਹਾਡੀਆਂ ਟੈਕਨੀਕਸ, ਕਿਉਂਕਿ ਨੈਚੁਰਲੀ ਕੈਨੇਡਾ ਦੇ ਵਿੱਚ ਵੈਨਕੂਵਰ ਸਰੀ ਦੇ ਵਿੱਚ ਬਹੁਤ ਵੱਡੀ ਪਾਪੂਲੇਸ਼ਨ ਹੈ, ਸੋ ਤੁਹਾਡੇ ਤਜਰਬੇ ਵੀ ਉਸ ਪੱਖੋਂ
ਪੱਖੋਂ ਸਾਨੂੰ ਬਹੁਤ ਕੁਝ ਸਿਖਾ ਸਕਦੇ। ਸੋ ਇਹ ਸੀਰੀਜ਼ ਆਪਾਂ ਜਾਰੀ ਰੱਖਾਂਗੇ। ਵਾਂਸ ਅਗੇਨ ਥੈਂਕ ਯੂ ਫॉर योर टाइम एंड इट वाज अ प्लेजर टॉकिंग टू यू सो मच। थैंक यू ਤੇ ਸਾਰਿਆਂ ਨੂੰ ਦੱਸ ਦਈਏ ਕਿ ਅਸੀਂ ਇਸ ਦੀ ਜਿਹੜੀ ਲਿੰਕ ਹੈ ਪਲਵਿੰਦਰ ਕੌਰ ਹੋਣਾ ਦਾ ਇਸ ਟ੍ਰਾਂਸਮਿਸ਼ਨ ਦੇ ਵਿੱਚ ਐਡ ਕਰ ਦਵਾਂਗੇ। ਥੈਂਕ ਯੂ ਵੈਰੀ ਮਚ। थैंक यू।